ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੀਬੀਸੀ ਤੇ ਮੈਂ ਸੰਦੀਪ ਸਿੰਘ। ਅੱਜ ਇੱਕ ਵੱਖਰੇ ਹੀ ਮੁੱਦੇ ਤੇ ਆਪਾਂ ਗੱਲਬਾਤ ਕਰਨੀ ਆ। ਅਕਸਰ ਗੁਰੂ ਘਰਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਆ ਤੇ ਬੱਚਿਆਂ ਨੂੰ ਨਾਲ ਲੈ ਕੇ ਜਾਈਦਾ, ਕਿਤੇ ਵਿਆਹ ਦੇ ਸਮਾਗਮ ਤੇ ਜਾਈਦਾ ਤੇ ਜਾਂ ਕਿਸੇ ਹੋਰ ਵੀ ਕਿਸੇ ਪ੍ਰੋਗਰਾਮ ਦੇ ਸੰਬੰਧਿਤ ਗੁਰੂ ਘਰਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ। ਜੇ ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਮੌਕਾ ਮਿਲਿਆ ਵਿਆਹ ਤੇ ਜਾਣ ਦਾ ਤੇ ਨਾਲ ਬੱਚੇ ਵੀ ਸਨ। ਆਨੰਦ ਕਾਰਜ ਦੀ ਰਸਮ ਸ਼ੁਰੂ ਹੋਈ ਤਾਂ ਜੋੜੀ ਮੁੰਡਾ ਤੇ ਕੁੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੋਹਰੇ ਬਿਠਾਲੇ ਗਏ ਤੇ ਗ੍ਰੰਥੀ ਸਾਹਿਬਾਨ ਵੱਲੋਂ ਸਿੰਘ ਸਾਹਿਬਾਨ ਵੱਲੋਂ ਕਿਹਾ ਗਿਆ ਕਿ ਜੀ ਅਰਦਾਸ ਹੋਣੀ ਆ ਤੇ ਇਹਦੇ ਵਿੱਚ ਸਿਰਫ ਮੁੰਡਾ ਕੁੜੀ ਦੇ ਮਾਤਾ ਪਿਤਾ ਦੋਨੇ ਪਾਸਿਓਂ ਖੜੇ ਹੋ ਜਾਣ ਤੇ ਅਰਦਾਸ ਹੋਣੀ ਆ। ਬੱਚੇ ਨੇ ਸਵਾਲ ਕੀਤਾ, ਕਹਿੰਦੇ ਪਾਪਾ ਜੀ ਵੀ ਅਸੀਂ ਅਰਦਾਸ ਦੇ ਵਿੱਚ ਕਿਉਂ ਨਹੀਂ ਸ਼ਾਮਲ ਹੋ ਸਕਦੇ, ਇਹ ਕਿਉਂ ਛੋਟੀ ਅਰਦਾਸ ਫਿਰ ਦੋ ਅਰਦਾਸਾਂ ਕਿਉਂ ਕੀਤੀਆਂ ਜਾਂਦੀਆਂ ਨੇ। ਮੈਨੂੰ ਇਸੇ ਬਾਰੇ ਕੋਈ ਖਾਸ ਕਿਉਂਕਿ ਨੌਲੇਜ ਨਹੀਂ ਸੀ ਮੈਨੂੰ ਇਸ ਸਵਾਲ ਦਾ, ਥੋੜ੍ਹਾ ਜਿਹਾ ਮੈਂ ਛੱਛੋ ਪੰਜੇ 'ਚ ਪੈ ਗਿਆ ਤੇ ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਇਹਨਾਂ ਮੁੱਦਿਆਂ ਤੇ। ਨਵਾਂ ਸਾਲ ਚੜ੍ਹਦਾ ਆ 31 ਦਸੰਬਰ ਨੂੰ ਤੇ ਨਵਾਂ ਸਾਲ ਸਿੱਖਾਂ ਦਾ ਕਦੋਂ ਚੜ੍ਹਦਾ। ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਨੇ ਭਾਈ ਬਘੇਲ ਸਿੰਘ ਜੀ, ਉਹਨਾਂ ਦਾ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਮੁੱਦੇ ਉੱਤੇ ਗੱਲਾਂ ਬਾਤਾਂ ਤੇ ਵਿਚਾਰਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਘੇਲ ਸਿੰਘ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ। ਤੇ ਜਿੱਦਾਂ ਮੈਂ ਤੁਸੀਂ ਸੁਣੀ ਲਿਆ ਜਿਹੜੀ ਮੈਂ ਗੱਲਬਾਤ ਸ਼ੁਰੂ ਕੀਤੀ ਆ ਕਿ ਇੱਕ ਸਵਾਲ ਛੋਟਾ ਜਿਹਾ ਮੇਰੇ ਦਿਲ ਵਿੱਚ ਸੀਗਾ ਵੀ ਆਪਾਂ ਗੱਲਬਾਤ ਜ਼ਰੂਰ ਕਰਨੀ ਆ। ਇੱਕ ਇਹ ਤਾਂ ਇੱਕ ਦੂਸਰਾ ਜਿਹੜਾ ਵੀ ਕਹਿੰਦੇ ਜੀ 12 ਵਜੇ ਤੋਂ ਪਹਿਲਾਂ ਲਾਵਾਂ ਹੋਣੀਆਂ ਜ਼ਰੂਰੀ ਨੇ ਜੀ, ਇਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਮੈਨੂੰ ਵੀ ਦੱਸੋ ਕਿਉਂਕਿ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਜੀ। ਬਹੁਤ ਵਧੀਆ ਭਾਈ ਸੰਦੀਪ ਸਿੰਘ ਜੀ, ਤੁਸੀਂ ਇਹ ਉਪਰਾਲਾ ਕੀਤਾ ਆ ਜੀ ਤੇ ਮੈਂ ਬੇਨਤੀ ਕਰਾਂਗਾ ਤੁਹਾਨੂੰ ਵੀ ਆਪਾਂ ਇੱਕ ਰੈਗੂਲਰ ਪ੍ਰੋਗਰਾਮ ਹੀ ਇਹਦੇ ਤੇ ਰੱਖ ਲਈਏ ਤਾਂ ਜੋ ਸੰਗਤਾਂ ਜਿਹੜੀਆਂ ਆਪਣੇ ਸਵਾਲ ਤੁਹਾਨੂੰ ਭੇਜਣ ਜੀ ਤੇ ਜਿੰਨੀ ਕੁ ਮਹਾਰਾਜ ਆਪਾਂ ਨੂੰ ਸਮੱਤ ਬਖਸ਼ਣਗੇ ਆਪਾਂ ਗੁਰਮਤ ਦੇ ਅਨੁਸਾਰ ਉਹਨਾਂ ਦੇ ਜਵਾਬ ਦੇ ਸਕੀਏ। ਆਉਣ ਵਾਲੇ ਦਿਨਾਂ 'ਚ ਆਪਾਂ ਇੱਕ ਵਧੀਆ ਜਿਹਾ ਪ੍ਰੋਗਰਾਮ ਇਸ ਵਿਸ਼ੇ ਤੇ ਰੱਖ ਲਈਏ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਸਵਾਲ ਕੀਤਾ, ਜੇ ਸਿੱਧਾ ਹੀ ਆਪਾਂ ਉਹਦੇ ਤੇ ਆਈਏ ਭਾਈ ਸੰਦੀਪ ਸਿੰਘ ਜੀ, ਗੱਲ ਇੱਦਾਂ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਵਜੋਂ ਸੰਸਾਰ ਦੇ ਵਿੱਚ ਪ੍ਰਗਟ ਕੀਤਾ। ਪਰ ਕਈ ਵਾਰੀ ਸਾਡੇ ਕੁਝ ਨਿੱਜੀ ਕਾਰਜ ਵੀ ਹੁੰਦੇ ਆ। ਜੇ ਆਪਾਂ ਗੱਲ ਕਰੀਏ ਵੀ ਜਿੱਥੇ ਸੰਗਤੀ ਰੂਪ ਦੇ ਵਿੱਚ ਆਪਾਂ ਸਾਰਿਆਂ ਦੇ ਭਲੇ ਦੀ ਗੱਲ ਕਰਦੇ ਆ ਤੇ ਕਈ ਵਾਰ ਸਾਡੀਆਂ ਕੋਈ ਨਿੱਜੀ ਸਮੱਸਿਆਵਾਂ ਵੀ ਹੁੰਦੀਆਂ, ਨਿੱਜੀ ਖੁਸ਼ੀਆਂ ਵੀ ਹੁੰਦੀਆਂ, ਨਿੱਜੀ ਗਮੀਆਂ ਵੀ ਹੁੰਦੀਆਂ। ਸੋ ਉਸ ਕਰਕੇ ਜੇ ਮੈਂ ਆਪਣੀ ਆਮ ਭਾਸ਼ਾ 'ਚ ਗੱਲ ਕਰਾਂ ਵੀ ਜਦੋਂ ਕਈ ਵਾਰੀ ਆਪਾਂ ਕੋਈ ਪਰਸਨਲ ਗੱਲ ਕਰਨੀ ਹੁੰਦੀ ਆ ਜੀ, ਕਿਤੇ ਜਾਈਏ ਤੇ ਆਪਾਂ ਕਹਿੰਦੇ ਹੁੰਦੇ ਜੀ ਥੋੜਾ ਜਿਹਾ ਇਕੱਲੇ ਹੋ ਕੇ ਆਪਾਂ ਗੱਲ ਕਰ ਲਈਏ ਵੀ ਮੈਂ ਕੋਈ ਖਾਸ ਪਰਸਨਲ ਗੱਲ ਤੁਹਾਡੇ ਨਾਲ ਕਰਨੀ, ਪ੍ਰਾਈਵੇਟ ਗੱਲ ਕਰਨੀ ਆ, ਉਹ ਅਸੀਂ ਸਾਰਿਆਂ ਦੇ ਨਾਲ ਸਾਂਝੀ ਨਹੀਂ ਕਰਦੇ ਹੁੰਦੇ। ਸੋ ਇਸ ਕਰਕੇ ਜਿਹੜਾ ਆਨੰਦ ਕਾਰਜ ਦੀ ਰਸਮ ਆ ਉਹ ਇੱਕ ਲੜਕੀ ਤੇ ਲੜਕੇ ਦਾ ਸੰਬੰਧ ਜੁੜਨਾ ਹੁੰਦਾ, ਦੋ ਪਰਿਵਾਰਾਂ ਦਾ ਸੰਬੰਧ ਜੁੜਨਾ ਹੁੰਦਾ ਜਿਨ੍ਹਾਂ ਨੇ ਗ੍ਰਸਤ ਵਿੱਚ ਪ੍ਰਵੇਸ਼ ਕਰਨਾ ਹੁੰਦਾ। ਸੋ ਉਸ ਵਕਤ ਜਿਹੜੀ ਪਹਿਲਾਂ ਅਰਦਾਸ ਕੀਤੀ ਜਾਂਦੀ ਆ ਉਹ ਸੰਗਤੀ ਰੂਪ ਦੇ ਵਿੱਚ ਹੁੰਦੀ, ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲਈ ਜਾਂਦੀ ਵੀ ਮਹਾਰਾਜ ਆਗਿਆ ਬਖਸ਼ਿਸ਼ ਕਰੋ। ਤੇ ਜਿਹੜਾ ਤੁਹਾਡਾ ਸਵਾਲ ਆ ਵੀ ਜਦੋਂ ਲੜਕੀ ਤੇ ਲੜਕੀ ਨੂੰ ਖੜਾ ਕੀਤਾ ਜਾਂਦਾ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਖੜਾ ਕੀਤਾ ਜਾਂਦਾ, ਉਸ ਵਕਤ ਉਹ ਇੱਕ ਨਿੱਜੀ ਅਰਦਾਸ ਹੁੰਦੀ ਆ ਜਿਹੜੀ ਉਸ ਲੜਕੀ ਲੜਕੇ ਦੀ ਤੇ ਉਹਨਾਂ ਦੋ ਪਰਿਵਾਰਾਂ ਦੀ ਹੁੰਦੀ ਆ ਜੀ। ਤੇ ਉਹਦੇ ਵਿੱਚ ਇਸ ਕਰਕੇ ਉਹਨਾਂ ਪਰਿਵਾਰਾਂ ਨੂੰ ਖੜੇ ਕੀਤਾ ਜਾਂਦਾ ਵੀ ਉਹ ਦੋ ਪਰਿਵਾਰ ਸਤਿਗੁਰੂ ਮਹਾਰਾਜ ਤੋਂ ਆਗਿਆ ਮੰਗਦੇ ਆ, ਮਹਾਰਾਜ ਮੈਂ ਆਪਣੇ ਲੜਕੇ ਦਾ ਰਿਸ਼ਤਾ ਇਸ ਲੜਕੀ ਨਾਲ ਕਰਨ ਲੱਗਾ, ਤੇ ਲੜਕੀ ਵਾਲਾ ਪਰਿਵਾਰ ਕਹਿੰਦਾ ਮਹਾਰਾਜ ਮੈਂ ਆਪਣੀ ਲੜਕੀ ਦਾ ਰਿਸ਼ਤਾ ਇਸ ਲੜਕੇ ਨਾਲ ਕਰਨ ਲੱਗਾ ਤੇ ਹੁਣ ਤੁਸੀਂ ਆਗਿਆ ਬਖਸ਼ਿਸ਼ ਕਰੋ ਵੀ ਅਸੀਂ ਇਹਨਾਂ ਦੋਵਾਂ ਦਾ ਆਨੰਦ ਕਾਰਜ ਕਰਾ ਸਕੀਏ। ਇਸ ਕਰਕੇ ਫਿਰ ਉਹਨਾਂ ਚੋਂ ਪਰਿਵਾਰਾਂ ਦੇ ਚਾਰ ਜੀਆਂ ਨੂੰ ਤੇ ਲੜਕੇ ਲੜਕੀ ਨੂੰ ਖੜਾ ਕੀਤਾ ਜਾਂਦਾ ਵੀ ਉਹ ਇੰਡੀਵਿਜੂਅਲ ਅਰਦਾਸ ਹੁੰਦੀ ਆ। ਉਦੋਂ ਬਾਅਦ ਫਿਰ ਜਿਹੜੀ ਸੰਗਤੀ ਰੂਪ ਵਿੱਚ ਅਰਦਾਸ ਕੀਤੀ ਜਾਂਦੀ ਉਹਦੇ ਵਿੱਚ ਸਾਰੇ ਖੜੇ ਹੁੰਦੇ ਆ ਵੀ ਸੱਚੇ ਪਾਤਸ਼ਾਹ ਇਸ ਸੁਭਾਗ ਜੋੜੀ ਦਾ ਆਨੰਦ ਕਾਰਜ ਹੋ ਗਿਆ ਤੇ ਹੁਣ ਸਾਰੀ ਸੰਗਤ ਦਾ ਆਸ਼ੀਰਵਾਦ ਆ ਇਹਨਾਂ ਵਾਸਤੇ ਤੇ ਸਾਰੀ ਸੰਗਤ ਦੀ ਅਰਦਾਸ ਆ ਵੀ ਤੁਸੀਂ ਇਹਨਾਂ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ। ਇਸ ਕਰਕੇ ਇਹਨਾਂ ਦੋ ਅਰਦਾਸਾਂ ਦਾ ਫਰਕ ਆ ਵੀ ਉਹ ਇੱਕ ਨਿੱਜੀ ਅਰਦਾਸ ਹੁੰਦੀ ਆ ਤੇ ਇੱਕ ਸੰਗਤੀ ਅਰਦਾਸ ਹੁੰਦੀ ਆ। ਕਿਉਂਕਿ ਭਾਈ ਬਘੇਲ ਸਿੰਘ ਜੀ ਪਤਾ ਹੈ ਅੱਜ ਕੱਲ੍ਹ ਦੇ ਨਿਆਣੇ ਨਾ ਮਤਲਬ ਜੋ ਦੇਖਦੇ ਨਾ ਇੱਕਦਮ ਸਵਾਲ ਕਰ ਦਿੰਦੇ ਆ ਕਿ ਕਈ ਵਾਰੀ ਮਾਤਾ ਪਿਤਾ ਕੋਲ ਉਹਨਾਂ ਸਵਾਲਾਂ ਦੇ ਆਨਸਰ ਵੀ ਨਹੀਂ ਹੁੰਦੇ, ਕਿਉਂਕਿ ਇਹ ਜ਼ਰੂਰੀ ਆ। ਕਿਉਂਕਿ ਅਸੀਂ ਜੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਦੇ ਗੁਰੂ ਘਰ ਲੈ ਕੇ ਜਾਂਦੇ ਆ ਉੱਥੇ ਉਹਨਾਂ ਨਾਲ ਗੁਰੂ ਸਾਹਿਬ ਦੀਆਂ ਜੋ ਦਿੱਤੀਆਂ ਹੋਈਆਂ ਸਿੱਖਿਆਵਾਂ ਉਹਨਾਂ ਦੇ ਨਾਲ ਜੋੜਨਾ ਤੇ ਸਾਨੂੰ ਬੱਚਿਆਂ ਦੇ ਲਈ ਥੋੜ੍ਹਾ ਬਹੁਤਾ ਟਾਈਮ ਸਾਨੂੰ ਕੱਢਣਾ ਪੈਣਾ। ਕਿਉਂਕਿ ਹੁਣ ਜੇ ਦੇਖਿਆ ਜਾਵੇ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਨਾ, ਬੱਚਿਆਂ ਨੂੰ ਆਪਾਂ ਲੈ ਕੇ ਤਾਂ ਜ਼ਰੂਰ ਗੁਰੂ ਘਰ ਜਾਂਦੇ ਹਾਂ, ਪਰ ਛੋਟੇ ਬੱਚਿਆਂ ਦੀ ਆਪਾਂ ਜੇ ਗੱਲ ਕਰੀਏ 2-3 ਸਾਲ ਦੇ ਬੱਚਿਆਂ ਨੂੰ, ਤੇ ਅਸੀਂ ਕਿਤੇ ਨਾ ਕਿਤੇ ਜਦੋਂ ਸਾਡਾ ਖਿਆਲ ਉੱਧਰ ਜਾਂ ਸ਼ਬਦ ਕੀਰਤਨ ਹੁੰਦਾ ਜਾਂ ਕਥਾ ਵਿਚਾਰਾਂ ਚੱਲਦੀਆਂ ਹੁੰਦੀਆਂ ਜਾਂ ਢਾਡੀ ਸਿੰਘ ਲੱਗੇ ਹੁੰਦੇ ਨੇ ਆਪਣੀ ਕਵਿਸ਼ਰੀ ਕਰਦੇ ਨੇ ਤੇ ਸਾਡੀ ਕੋਸ਼ਿਸ਼ ਅਸੀਂ ਸੁਣੀਏ ਤੇ ਬੱਚੇ ਜਦੋਂ ਜਿੱਦ ਕਰਦੇ ਨੇ ਅਸੀਂ ਉਹਨਾਂ ਦੇ ਹੱਥਾਂ 'ਚ ਟੈਲੀਫੋਨ ਫੜਾ ਦਿੰਦੇ ਹਾਂ ਤੇ ਤੁਸੀਂ ਵੀ ਆਪਣਾ ਇੰਜੋਏ ਕਰੋ। ਤੇ ਉੱਥੇ ਕਿਤੇ ਨਾ ਕਿਤੇ ਤੁਹਾਨੂੰ ਕੋਈ ਲੱਗਦਾ ਵੀ ਸਾਡਾ ਅਸੀਂ ਗਲਤ ਕੰਮ ਕਰ ਰਹੇ ਹਾਂ ਕਿ ਜੇ ਅਸੀਂ 1 ਘੰਟਾ ਜਾਂ ਅੱਧਾ ਘੰਟਾ ਕੱਢਿਆ ਕਿ ਕਿਤੇ ਨਾ ਕਿਤੇ
ਸਾਨੂੰ ਉਸ ਵੇਲੇ ਤਾਂ ਘੱਟ ਤੋਂ ਘੱਟ ਟਾਈਮ ਜਿਹੜਾ ਟੈਲੀਫੋਨ ਦਾ ਇਸਤੇਮਾਲ ਮਤਲਬ ਬੰਦ ਕਰਨਾ ਚਾਹੀਦਾ ਸਾਨੂੰ, ਕਿ ਸਾਡੇ ਬੱਚਿਆਂ ਨੂੰ ਵੀ ਹੱਥਾਂ 'ਚ ਨਹੀਂ ਫੜਾਉਣੇ ਚਾਹੀਦੇ। ਇਹ ਬਿਲਕੁਲ ਭਾਈ ਸੰਦੀਪ ਸਿੰਘ ਜੀ, ਇੱਕ ਸਿਆਣੇ ਪੁਰਖ ਦੀ ਜਦੋਂ ਤੁਸੀਂ ਕਿਸੇ ਦੀ ਸੰਗਤ ਕਰੋ ਨਾ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਤੇ ਕਿਸੇ ਸਿਆਣੇ ਪੁਰਖ ਨੇ ਮੈਨੂੰ ਇਹ ਸਮਝਾਇਆ ਸੀ, ਕਹਿੰਦੇ ਬਘੇਲ ਸਿੰਘ ਵੀ ਸਿਖਾਉਣ ਵਾਸਤੇ ਪਹਿਲਾਂ ਸਿੱਖਣਾ ਪੈਣਾ ਜੀ। ਜੇ ਕਿਸੇ ਨੂੰ ਕੁਝ ਸਿਖਾਲਣਾ ਨਾ, ਉਹਦੇ ਵਾਸਤੇ ਪਹਿਲਾਂ ਤੁਹਾਨੂੰ ਆਪ ਨੂੰ ਸਿੱਖਣਾ। ਤੇ ਹੁਣ ਇਹਦੇ ਤੇ ਮੈਂ ਕਟਾਕਸ਼ ਨਹੀਂ ਕਰਦਾ, ਬੱਚਿਆਂ ਨੂੰ ਦੱਸਣ ਵਾਸਤੇ ਮਾਂ-ਬਾਪ ਨੂੰ ਪਹਿਲਾਂ ਆਪ ਸਿੱਖਣਾ ਪੈਣਾ, ਕਿਉਂਕਿ ਮਾਂ-ਬਾਪ ਨੂੰ ਵੇਖ ਕੇ ਬੱਚਿਆਂ ਨੇ ਸਿੱਖਣਾ। ਹੁਣ ਇੱਕ ਛੋਟੀ ਜਿਹੀ ਉਦਾਹਰਨ ਲੈ ਲਓ ਵੀ ਘਰ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਤੇ ਆਪਾਂ ਉਹਦੀ ਉਂਗਲ ਫੜ ਕੇ ਉਹਨੂੰ ਤੁਰਨਾ ਸਿਖਾਲਦੇ ਆ ਵੀ ਇਦਾਂ ਤੁਰੀਦਾ, ਚਮਚਾ ਇਦਾਂ ਫੜਨਾ, ਇਦਾਂ ਆਪਾਂ ਮੂੰਹ 'ਚ ਪਾਉਣਾ। ਉਹ ਸਾਡੇ ਤੋਂ ਇਹ ਚੀਜ਼ਾਂ ਸਿੱਖਦਾ ਜੀ। ਤੇ ਸਭ ਤੋਂ ਪਹਿਲੀ ਮਾਂ, ਸਭ ਤੋਂ ਪਹਿਲਾ ਟੀਚਰ ਜਿਹੜਾ ਆ, ਉਹ ਜਿਹਦੇ ਮਾਤਾ ਦੇ ਗਰਭ 'ਚ ਉਹਨੇ ਜਨਮ ਲਿਆ ਹੁੰਦਾ, ਉਹਨੂੰ ਗਿਣਿਆ ਜਾਂਦਾ। ਸੋ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਦਾ ਜਵਾਬ ਤੁਸੀਂ ਦੇ ਹੀ ਦਿੱਤਾ, ਸਾਨੂੰ ਆਪ ਨੂੰ ਪਹਿਲਾਂ ਕੋਸ਼ਿਸ਼ ਕਰਨੀ ਪੈਣੀ ਆ। ਤੇ ਮੈਂ ਭਾਈ ਸੰਦੀਪ ਸਿੰਘ ਜੀ ਆਪਣੇ ਆਪ ਨੂੰ ਇਹ ਸਮਝਾਉਣਾ ਹੁੰਦਾ ਵੀ ਕੋਈ ਸੰਸਾਰ ਤੇ ਐਸਾ ਕੁਝ ਐਡੀ ਛੇਤੀ ਵਾਪਰ ਨਹੀਂ ਲੱਗਾ ਜੇ 1 ਘੰਟਾ ਅਸੀਂ ਫੋਨ ਨਾ ਦੇਖਿਆ ਤਾਂ। ਤੇ ਸਭ ਤੋਂ ਪਹਿਲਾਂ ਤੇ ਜੇ ਰੁਟੀਨ ਬਣਾ ਲਈਏ ਵੀ ਗੁਰਦੁਆਰਾ ਸਾਹਿਬ ਜਾਣ ਲੱਗੇ ਆਪਦਾ ਫੋਨ ਆਪਦੀ ਗੱਡੀ ਦੇ ਗਲਵ ਬਕਸ 'ਚ ਰੱਖ ਜਾਓ, ਵੀ ਜਿੰਨਾ ਚਿਰ ਅਸੀਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਜਾਣਾ ਉਨੀ ਦੇਰ ਤੱਕ ਸਾਨੂੰ ਕੋਈ ਇੰਟਰਫੇਰੈਂਸ ਨਾ ਹੋਵੇ, ਕਿਉਂਕਿ ਟੈਕਨੋਲੋਜੀ ਇਦਾਂ ਦੀ ਹੈ ਜੀ, ਤੁਹਾਨੂੰ ਫੋਨ ਵੀ ਉਦੋਂ ਹੀ ਆਉਣਾ, ਤੁਹਾਨੂੰ ਮੈਸੇਜ ਵੀ ਉਦੋਂ ਹੀ ਆਉਣਾ, ਤੇ ਜਦੋਂ ਉਹਨੇ ਘੁਰ ਕਰਨੀ ਆਪਾਂ ਨੂੰ ਦੇਖਣਾ ਵੀ ਪੈਣਾ। ਤੇ ਜੇ ਆਪਾਂ ਉਹਨੂੰ ਰੱਖ ਹੀ ਦੇਾਂਗੇ ਤਾਂ ਮੇਰਾ ਖਿਆਲ ਹੈ ਵੀ ਇਹਦਾ ਸੋਲੂਸ਼ਨ ਸੌਖਾ ਨਿਕਲ ਜਾਣਾ। ਮੈਂ ਕਹਿੰਦਾ ਬਘੇਲ ਸਿੰਘ ਜੀ, ਜੇ ਗੱਡੀ ਵਿੱਚ ਨਾ ਰੱਖੀ ਤਾਂ ਚੰਗੀ ਹੈ, ਕਿਉਂਕਿ ਚੋਰੀਆਂ ਵੀ ਬਹੁਤ ਹੁੰਦੀਆਂ ਜੀ। ਇਹ ਵੀ ਤੁਹਾਡੀ ਗੱਲ ਸਹੀ ਹੈ ਜੀ। ਇਹਨਾਂ ਨਾਲੋਂ ਚੰਗਾ ਵੀ ਜਾਂ ਉਹਨੂੰ ਤਾਂ ਬੰਦ ਕਰ ਦਈਏ ਤੇ ਜਾਂ ਫਿਰ ਉਹਨੂੰ ਸਾਇਲੈਂਟ ਤੇ ਲਾ ਕੇ ਜੇਬ ਵਿੱਚ ਪਾ ਲਈਏ, ਚਾਹੇ ਘੁਰ ਕਰੀ ਵੀ ਜਾਵੇ ਤਾਂ ਕੱਢੀਏ ਨਾ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਉਹਦੇ ਵਿੱਚ ਚੱਲਦੇ ਜੀ, ਤੇ ਇੱਕ ਬਘੇਲ ਸਿੰਘ ਜੀ ਲਾਵਾਂ ਦਾ ਜਿਹੜਾ ਹੈਗਾ ਨਾ, ਇਹ ਲਾਵਾਂ ਕਹਿੰਦੇ ਜੀ 12 ਵਜੇ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਨਾ। ਇਹ ਸਾਡੇ ਵੱਲੋਂ ਕਹਿੰਦੇ ਤਾਂ ਅਸੀਂ ਜ਼ਰੂਰ ਆ, ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਕਰੀਬਨ 90% ਜਿਹੜੀਆਂ ਬਰਾਤਾਂ ਹੀ 1:30 ਵਜੇ ਤੋਂ 1-1:30 ਵਜੇ ਤੋਂ ਬਾਅਦ ਪਹੁੰਚਦੀਆਂ। ਇਹਦੇ ਬਾਰੇ ਥੋੜਾ ਜਿਹਾ ਸਾਡੇ ਜ਼ਰੂਰ ਚਾਹਵੇ ਕਿਉਂ 12 ਵਜੇ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ? ਗੱਲ ਇਦਾਂ ਭਾਈ ਸੰਦੀਪ ਸਿੰਘ ਜੀ, ਜਿਹੜਾ ਸਤਿਗੁਰੂ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤੇ ਆ ਨਾ, ਜਿਹੜਾ ਆਨੰਦ ਕਾਰਜ ਆ, ਇਹ ਇੱਕ ਸਾਡੀ ਧਾਰਮਿਕ ਰਸਮ ਆ ਜੀ। ਹੁਣ ਸਾਨੂੰ ਇੱਕ ਤਾਂ ਪਹਿਲਾਂ ਇਹ ਫਰਕ ਸਮਝਣਾ ਪੈਣਾ ਵੀ ਜੇ ਤੇ ਅਸੀਂ ਆਪਣੇ ਕੰਮਕਾਜ ਗੁਰਮਤ ਦੇ ਅਨੁਸਾਰ ਕਰਨੇ ਆ, ਤੇ ਫਿਰ ਜਿਹੜਾ ਗੁਰਮਤ ਦਾ ਸਿਧਾਂਤ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਫਿਰ ਸਾਨੂੰ ਉਹ ਫੋਲੋ ਕਰਨਾ ਪੈਣਾ, ਉਹਨੂੰ ਮੰਨਣਾ ਪੈਣਾ। ਤੇ ਜੇ ਅਸੀਂ ਆਪਣੇ ਕੰਮ ਆਪਣੀ ਮਰਜ਼ੀ ਨਾਲ ਕਰਨੇ ਆ, ਭਾਵ ਗੁਰਮਤ ਤੋਂ ਲਾਂਭੇ ਹੋ ਕੇ ਕਰਨੇ ਆ, ਫਿਰ ਸਾਨੂੰ ਕੋਈ ਹੋਰ ਜਿਹੜਾ ਤਰੀਕਾ ਅਪਣਾਉਣਾ ਪੈਣਾ। ਹੁਣ ਕਨਫਲਿਕਟ ਇੱਥੇ ਪੈਦਾ ਹੋ ਰਿਹਾ, ਚਾਹੁੰਦੇ ਅਸੀਂ ਕਰਨਾ ਆਪਣਾ ਕਾਰਜ ਆਪਣੀ ਮਰਜ਼ੀ ਨਾਲ ਆ, ਪਰ ਉਹ ਕਾਰਜ ਅਸੀਂ ਗੁਰਦੁਆਰਾ ਸਾਹਿਬ 'ਚ ਕਰਨਾ ਚਾਹੁੰਦੇ ਆ, ਮਰਜ਼ੀ ਸਾਡੀ ਹੋਵੇ। ਹੁਣ ਮਿਸਾਲ ਦੇ ਤੌਰ ਤੇ ਜੇਕਰ ਆਪਣਾ ਆਨੰਦ ਸੰਸਕਾਰ ਆ, ਅੰਤਮ ਸੰਸਕਾਰ ਆ, ਜਨਮ ਸੰਸਕਾਰ ਆ, ਅੰਮ੍ਰਿਤ ਸੰਸਕਾਰ ਆ, ਜਿਹੜੇ ਸੰਸਕਾਰ ਮਹਾਰਾਜ ਨੇ ਸਾਨੂੰ ਦਿੱਤੇ ਆ, ਉਹ ਸਾਡਾ ਇੱਕ ਧਾਰਮਿਕ ਪੱਖ ਆ। ਤੇ ਧਾਰਮਿਕ ਪੱਖ ਨੂੰ ਨਿਭਾਉਣ ਵਾਸਤੇ ਸਾਨੂੰ ਧਾਰਮਿਕ ਮਰਿਆਦਾ ਦਾ ਜਿਹੜਾ ਆ ਉਹ ਫੋਲੋ ਕਰਨਾ ਪੈਣਾ। ਬਿਲਕੁਲ। ਤੇ ਉਦੋਂ ਬਾਅਦ ਜੇਕਰ ਤੁਹਾਡਾ ਕੋਈ ਨਿੱਜੀ ਕੰਮ ਆ, ਹੁਣ ਉਦਾਹਰਨ ਦੇ ਤੌਰ ਤੇ ਦੇਖ ਲਓ ਵੀ ਘਰੇ ਆਪਾਂ ਰੋਟੀ ਤੇ ਪਾਣੀ ਕਹਿ ਦਿੰਦੇ ਆ, ਤੇ ਗੁਰਦੁਆਰਾ ਸਾਹਿਬ ਜਦੋਂ ਲੰਗਰ ਹਾਲ 'ਚ ਬੈਠੇ ਹੋਏ ਆ ਤੇ ਆਪਾਂ ਪ੍ਰਸ਼ਾਦਾ ਤੇ ਜਲ ਕਹਿੰਦੇ ਆ। ਉਹਦਾ ਅੰਤਰ ਸਿਰਫ ਇਹੀ ਆ ਵੀ ਉੱਥੇ ਗੁਰਮਰਿਆਦਾ ਚੱਲਣੀ ਆ, ਘਰ ਦੇ ਵਿੱਚ ਸਾਡੀ ਆਪਦੀ ਮਰਜ਼ੀ ਚੱਲਣੀ ਆ। ਤੇ ਇਹ ਜਿਹੜਾ ਲਾਵਾਂ ਦਾ 12 ਵਜੇ ਤੋਂ ਪਹਿਲਾਂ ਦਾ ਭਾਈ ਸੰਦੀਪ ਸਿੰਘ ਜੀ ਗੱਲ ਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਤੋਂ ਲੈ ਕੇ ਗੁਰੂ ਸਾਹਿਬ ਜੀ 10ਵੇਂ ਪਾਤਸ਼ਾਹ ਤੱਕ ਆਪਾਂ ਜਦੋਂ ਦੇਖਦੇ ਹਾਂ ਤੇ ਆਨੰਦ ਕਾਰਜ ਦੀ ਮਰਿਆਦਾ ਜਦੋਂ ਮਹਾਰਾਜ ਨੇ ਚਲਾਈ ਹੈ ਨਾ, ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਅੰਮ੍ਰਿਤ ਵੇਲੇ ਹੋਏ ਸੀ ਆਸਾ ਜੀ ਦੀ ਵਾਰ ਤੋਂ ਬਾਅਦ, ਤੜਕੇ। ਤੇ ਜਦੋਂ ਆਪਾਂ ਨਿਤਨੇਮ ਕਰ ਲੈਂਦੇ ਆ, ਆਸਾ ਜੀ ਦੀ ਵਾਰ ਲੱਗ ਜਾਂਦੀ ਆ 6 ਵਜੇ ਦੇ ਸਮੇਂ ਤੋਂ ਪਹਿਲਾਂ ਤੋਂ ਉਦੋਂ ਬਾਅਦ ਸਾਡੇ 'ਚ ਕੁਰੀਤੀਆਂ ਆ ਗਈਆਂ, ਕਹਿ ਲਓ, ਜਾਂ ਮਨੁੱਖ ਆਲਸੀ ਹੁੰਦਾ ਗਿਆ ਵੀ ਅਸੀਂ 6 ਤੋਂ 8, 8 ਤੋਂ 10, 10 ਤੋਂ 12 ਤੇ ਹੁਣ ਤੇ 3, 4 ਵਜੇ ਤੱਕ ਅੱਗੇ ਚਲੇ ਗਏ। ਸੋ ਗੁਰਮਰਿਆਦਾ ਅਨੁਸਾਰ ਜਿਹੜਾ ਆ ਉਹ 12 ਵਜੇ ਤੋਂ ਪਹਿਲਾ ਸਮਾਂ ਜਿਹੜਾ ਗਿਣਿਆ ਜਾਂਦਾ ਵੀ ਉਹ ਦਿਨ ਦੇ ਚੜ੍ਹਾਅ ਦੇ ਵੇਲੇ ਅੰਮ੍ਰਿਤ ਵੇਲੇ ਦੇ ਵਿੱਚ ਕਾਰਜ ਹੋ ਜਾਏ। ਤੇ ਉਹਦਾ ਇੱਕ ਦੂਜਾ ਪੱਖ ਵੀ ਆ, ਜੇਕਰ ਆਨੰਦ ਕਾਰਜ ਤੁਹਾਡੇ ਸਹੀ ਸਮੇਂ ਤੇ ਅੰਮ੍ਰਿਤ ਵੇਲੇ ਹੋ ਜਾਣ, ਜੇ ਮੈਂ ਅੱਜ ਦੇ ਟਾਈਮ ਨਾਲ ਕਹਿ ਲਵਾਂ ਵੀ 9-10 ਵਜੇ ਤੱਕ ਵੀ ਆਪਾਂ ਕਰ ਲੈਂਦੇ ਆ, ਤਾਂ ਫਿਰ ਸਾਡੇ ਕੋਲ ਸਾਰਾ ਦਿਨ ਹੁੰਦਾ ਆਪਣੀਆਂ ਰਸਮਾਂ ਨਿਭਾਉਣ ਲਈ, ਆਪਣੇ ਕਾਰਜ ਕਰਨ ਲਈ, ਤੇ ਵਾਪਸ ਘਰਾਂ ਨੂੰ ਜਾਣ ਵਾਸਤੇ ਬਹੁਤ ਸਾਡੇ ਕੋਲ ਸਮਾਂ ਬਣ ਜਾਂਦਾ। ਪਰ ਅਸੀਂ ਪਹਿਲਾਂ ਘਰੋਂ ਲੇਟ ਤੁਰਦੇ ਆ, ਫਿਰ ਗੁਰਦੁਆਰਾ ਸਾਹਿਬ ਆਣ ਕੇ ਉੱਥੇ ਕਾਹਲੀ ਕਰਦੇ ਆ, ਤੇ ਉਦੋਂ ਬਾਅਦ ਫਿਰ ਸਾਡੇ ਬਾਕੀ ਕਾਰਜ ਵੀ ਜਿਹੜੇ ਸਾਰੇ ਡਿਲੇ ਹੋਣ ਲੱਗ ਪੈਂਦੇ ਆ। ਸੋ ਮਹਾਰਾਜ ਨੇ ਸਾਨੂੰ ਜਿਹੜਾ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਦਿੱਤਾ ਸੀ, ਉਹਦਾ ਮਤਲਬ ਹੀ ਇਹ ਸੀ ਵੀ ਦਿਨ ਦੇ ਚੜ੍ਹਾਅ ਦੇ ਨਾਲ ਹੀ ਤੇਰੇ ਕਾਰਜ ਸ਼ੁਰੂ ਹੋ ਜਾਣ, ਤੇ ਸੂਰਜ ਛਿਪਣ ਤੋਂ ਪਹਿਲਾਂ ਤੂੰ ਆਪਦੇ ਕੰਮ ਨਿਬੇੜ ਕੇ ਤੇ ਆਪਦੇ ਘਰੇ ਵਾਪਸ ਚਲਾ ਜਾਏ। ਜੀ ਬਿਲਕੁਲ। ਵੈਸੇ ਦੇਖਿਆ ਜਾਵੇ ਬਹੁਤ ਵਧੀਆ ਭਾਈ ਬਘੇਲ ਸਿੰਘ ਨੇ ਸਮਝਾਈ ਇਸ ਗੱਲ ਨੂੰ, ਪਰ ਇਸ ਗੱਲਾਂ ਨੂੰ ਜਿਹੜਾ ਇਸ ਗੱਲਾਂ ਉੱਤੇ ਚੱਲਦਾ ਕੌਣ ਆ? ਚਾਹੇ ਅੰਮ੍ਰਿਤਧਾਰੀ ਸਿੰਘ ਹੋਣ, ਉਹ ਵੀ ਨਹੀਂ ਚੱਲਦੇ, ਤੇ ਜਿਹੜੇ ਦੂਸਰੇ ਸਿੰਘ ਹੋਣੇ ਉਹਨਾਂ ਤੇ ਚਲੋ ਇੱਕ ਗੱਲ ਹੀ ਇੱਕ ਪਾਸੇ ਦੀ ਰੱਖ ਦਿਓ, ਕਿਉਂਕਿ ਜੇ ਭਾਈ ਬਘੇਲ ਸਿੰਘ ਨੇ ਜਿੱਦਾਂ ਦੱਸਿਆ ਕਿ ਗੁਰੂ ਸਾਹਿਬਾਨਾਂ ਤੋਂ ਇਹ ਜਿਹੜੀ ਸ਼ੁਰੂਆਤ ਹੋਈ ਆ, ਇਹ ਕਿ ਤੜਕੇ ਅੰਮ੍ਰਿਤ ਆਸਾ ਦੀ ਵਾਰ ਤੋਂ ਬਾਅਦ ਜਿਹੜਾ ਗੁਰੂ ਸਾਹਿਬਾਨਾਂ ਦਾ ਜਿਹੜਾ ਆਨੰਦ ਕਾਰਜ ਹੋਇਆ, ਤੇ ਅੱਜ ਕਿਸੇ ਨਾ ਕਿਸੇ ਦੇਖਿਆ ਸਮੇਂ ਤੇ ਅਸੀਂ ਕਹਿੰਦੇ ਹੈਗੇ ਆ ਚਲੋ ਸਿੱਧੇ ਅਸੀਂ ਗੁਰੂ ਘਰ ਚਲ ਜਾਣਾ। ਕੀ ਜਦੋਂ ਅਸੀਂ ਗੁਰੂ ਘਰ ਚਲ ਜਾਣਾ ਕਿ ਉਹ ਟਾਈਮ 12 ਵਜੇ ਤੋਂ ਪਹਿਲਾਂ ਦਾ ਹੁੰਦਾ?
ਕਿ ਜੇ ਸਿੱਧੇ ਗੁਰੂ ਘਰ ਜਾਣਾ ਤਾਂ ਉਹ ਵੀ ਜਿਹੜਾ ਤਕਰੀਬਨ ਦੇਖਿਆ ਭਾਈ ਬਗੇਲ ਸਿੰਘ ਜੀ 1 ਜਾਂ 1:30 ਦਾ 2 ਵਜੇ ਹੁੰਦੇ ਕਿ ਚਲੋ ਹੁਣ ਲੇਟ ਤਾਂ ਹੋਏ ਆ, ਸਿੱਧੇ ਗੁਰੂ ਘਰ ਜਾ ਕੇ ਅਸੀਂ ਲਾਮਾ ਲੈ ਤੇ ਫਿਰ ਭਾਈ ਸੰਦੀਪ ਸਿੰਘ ਜੀ ਮੈਂ ਕਹਾਂ ਵੀ ਮਹਾਰਾਜ ਦੀ ਬੜੀ ਕਿਰਪਾ ਆ ਬਾਹਰਲੇ ਮੁਲਕਾਂ 'ਚ ਜੀ ਵੀ ਸਾਰੀ ਸੰਗਤ ਗੁਰਦੁਆਰਾ ਸਾਹਿਬ ਚਲੀ ਜਾਂਦੀ ਆ ਆਨੰਦ ਕਾਰਜਾਂ ਲਈ ਜੀ। ਬਹੁਤ ਵਧੀਆ ਗੱਲ ਕੀਤੀ ਤੁਸੀਂ। ਠੀਕ ਹੈ ਜੀ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਤੁਸੀਂ ਹੈਰਾਨ ਹੋ ਜਾਓਗੇ ਵੀ ਉੱਥੇ 10 ਬੰਦੇ ਵੀ ਨਹੀਂ ਹੁੰਦੇ ਲੜਕੀ ਦੇ ਮਾਂ-ਬਾਪ, ਲੜਕੇ ਦੇ ਮਾਂ-ਬਾਪ ਤੇ ਬਾਕੀ ਸਾਰਾ ਪਰਿਵਾਰ ਪੈਲਸਾਂ 'ਚ ਬੈਠਾ ਖਾਣਾ ਪੀਣਾ ਕਰਦਾ ਰਹਿੰਦਾ। ਇੱਥੇ ਤੇ ਫਿਰ ਮੈਂ ਸ਼ੁਕਰ ਕਰਦਾ ਵੀ ਮਹਾਰਾਜ ਦੀ ਕਿਰਪਾ ਨਾਲ ਸਾਰੇ ਚਲੇ ਤੇ ਜਾਂਦੇ ਆਨੰਦ ਕਾਰਜ ਜੀ। ਨਹੀਂ ਬਹੁਤ ਵਧੀਆ ਹੈ, ਬਹੁਤ ਵਧੀਆ ਗੱਲ ਕੀਤੀ ਜੀ। ਬਿਲਕੁਲ ਇਹ ਫਰਕ ਤਾਂ ਜ਼ਰੂਰ ਹੈਗਾ ਪੰਜਾਬ ਦਾ ਤੇ ਇੱਥੇ ਵਿਦੇਸ਼ਾਂ ਦੀ ਧਰਤੀ ਵਿੱਚ ਕਿ ਪੂਰੇ ਦੇ ਪੂਰੇ ਪਰਿਵਾਰ ਜਿੰਨੇ ਵੀ ਸੱਜਣ ਮਿੱਤਰ ਆਏ ਹੁੰਦੇ ਨੇ। ਬਗੇਲ ਸਿੰਘ ਤੁਹਾਨੂੰ ਨਹੀਂ ਲੱਗਦਾ ਵੀ ਇੱਥੇ ਖਾਣ ਪੀਣ ਦਾ ਖਮਾਨ ਹੁੰਦਾ ਨਹੀਂ, ਇਸ ਕਰਕੇ ਚੱਲ ਜਾਂਦੇ ਗੁਰੂ ਘਰ? ਨਹੀਂ, ਪ੍ਰਬੰਧ ਤੇ ਹੁੰਦੇ ਆ ਭਾਈ ਸੰਦੀਪ ਸਿੰਘ ਜੀ। ਪ੍ਰਬੰਧ ਜਿੱਦਾਂ ਪੈਲਸਾਂ ਦੇ ਵਿੱਚ ਉੱਥੇ ਪਿੰਡੀਆ ਚੱਲਦਾ, ਇਹ ਫਰਕ ਲੱਗਦਾ ਵੀ ਕਿ ਜਿੱਦਾਂ ਵੀ ਹੁੰਦਾ ਵੀ ਉੱਥੇ ਵਿਗਿਆਨ ਨੂੰ ਕਿਹੜਾ ਕੁਝ ਮਿਲਣਾ, ਫਿਰ ਨਾਲ ਚੰਗਾ ਗੁਰੂ ਘਰ ਚੱਲ ਇਦਾਂ ਜੀ। ਖਾਣ ਪੀਣ ਦੀ ਵੀ ਚਲੋ ਆਪਣੇ ਸਰੀਰ ਦੀ ਲੋੜ ਹੈਗੀ, ਪਰ ਭਾਈ ਸੰਦੀਪ ਸਿੰਘ ਜੀ ਇਦਾਂ ਨਾ ਸਿਆਣੇ ਕਹਿੰਦੇ ਹੁੰਦੇ ਵੀ ਜਦੋਂ ਤੁਸੀਂ ਕਿਸੇ ਚੀਜ਼ ਤੋਂ ਦੂਰ ਹੁੰਦੇ ਆ ਨਾ ਫਿਰ ਤੁਹਾਨੂੰ ਉਹਦੀ ਕਦਰ ਮਹਿਸੂਸ ਹੁੰਦੀ ਆ। ਜਦੋਂ ਤੁਸੀਂ ਉਸ ਚੀਜ਼ ਦੇ ਲਾਗੇ ਰਹਿੰਦੇ ਆ ਤੁਹਾਨੂੰ ਉਹਦੀ ਕਦਰ ਨਹੀਂ ਮਹਿਸੂਸ ਹੁੰਦੀ। ਇਹ ਤਾਂ ਬਿਲਕੁਲ ਸਹੀ। ਹੁਣ ਅਸੀਂ ਆਪਣਾ ਦੇਸ਼, ਆਪਣੀ ਧਰਤੀ, ਉਹ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਦੇ ਚਰਨ ਛੋਹ ਧਰਤੀ ਨੂੰ ਛੱਡ ਕੇ ਬਾਹਰ ਬੈਠੇ ਆ ਤੇ ਸਾਨੂੰ ਇਹ ਖਿੱਚ ਰਹਿੰਦੀ ਆ ਵੀ ਚਲੋ ਘੱਟੋ ਘੱਟ ਨਹੀਂ ਤਾਂ ਐਤਵਾਰ ਤਾਂ ਗੁਰੂ ਘਰ ਜਾਣਾ ਹੀ ਜਾਣਾ ਵੀ ਮੱਥਾ ਟੇਕ ਕੇ ਆਈਏ। ਬਿਲਕੁਲ। ਤੇ ਕਈ ਵਾਰੀ ਤੁਸੀਂ ਹੈਰਾਨ ਹੋਵੋਗੇ ਵੀ ਜਿਨ੍ਹਾਂ ਦੀ ਗੁਰਦੁਆਰੇ ਨਾਲ ਕੰਧ ਸਾਂਝੀ ਆ ਉਹ 6-6 ਮਹੀਨੇ ਨਹੀਂ ਵੜਦੇ। ਸੋ ਇਸ ਕਰਕੇ ਮਹਾਰਾਜ ਦੀ ਇਹ ਕਿਰਪਾ ਕਹਿ ਲਓ ਵੀ ਆਪਾਂ ਆਪਣੇ ਦੇਸ਼ ਤੋਂ ਉਸ ਧਰਤੀ ਤੋਂ ਦੂਰ ਬੈਠੇ ਆ ਤੇ ਸਾਡੀ ਖਿੱਚ ਆ। ਤੇ ਇੱਕ ਸਿਆਣੇ ਬਜ਼ੁਰਗ ਜਿਹੜੇ ਘਰਾਂ 'ਚ ਇੱਥੇ ਬੈਠੇ ਨਾ, ਜਿਹੜੇ ਪਹਿਲਾਂ ਤੋਂ ਆਏ ਭਾਈ ਸੰਦੀਪ ਸਿੰਘ ਜੀ, ਉਹਨਾਂ ਨੇ ਬਹੁਤ ਵੱਡੇ ਕਾਰਜ ਕੀਤੇ, ਜਿਹੜੇ ਗੁਰੂ ਘਰ ਬਣਾਏ ਤੇ ਨਾਲ ਬੱਚਿਆਂ ਨੂੰ ਇਹ ਦੱਸਿਆ ਵੀ ਜੇ ਵਿਆਹ ਤੇ ਜਾਣਾ ਤੇ ਵਿਆਹ ਤੇ ਆਨੰਦ ਕਾਰਜ ਹੀ ਆ। ਜੇ ਆਨੰਦ ਕਾਰਜ ਤੇ ਗਏ ਆ ਤੇ ਵਿਆਹ ਤੇ ਗਏ ਆ, ਜੇ ਆਨੰਦ ਕਾਰਜ ਤੇ ਨਹੀਂ ਗਏ ਤਾਂ ਫਿਰ ਵਿਆਹ ਤੇ ਕਿੱਥੋਂ ਗਏ ਤੁਸੀਂ? ਵਿਆਹ ਤੇ ਕਿੱਥੋਂ ਗਏ? ਫਿਰ ਤਾਂ ਫਿਰ ਖਾਣ ਪੀਣ ਗਏ। ਫਿਰ ਅਸਲ ਰਸਮ ਹੀ ਉਹ ਆ। ਬਾਕੀ ਤੇ ਖਾਣਾ ਪੀਣਾ ਆਪਾਂ ਘਰੇ ਵੀ ਕਰ ਸਕਦੇ ਆ, ਬਾਹਰ ਵੀ ਕਰ ਸਕਦੇ ਆ, ਵੀ ਅਸਲ ਰਸਮ ਹੀ ਉਹ। ਤੇ ਸਿਆਣੇ ਪੁਰਖ ਇਹ ਗੱਲ ਹਮੇਸ਼ਾ ਘਰਾਂ 'ਚ ਤੁਸੀਂ ਦੇਖਿਆ ਹੋਣਾ ਬਜ਼ੁਰਗ ਕਹਿੰਦੇ ਹੁੰਦੇ ਵੀ ਤਿਆਰ ਹੋ ਜਾਓ ਛੇਤੀ, ਜੇ ਲਾਵਾਂ ਤੇ ਨਾ ਗਏ ਤੇ ਫਿਰ ਬਾਅਦ 'ਚ ਜਾ ਕੇ ਕੀ ਕਰਨਾ ਜੀ। ਸੋ ਇਸ ਕਰਕੇ ਆਨੰਦ ਕਾਰਜ ਦੀ ਰਸਮ ਹੀ ਉਹ ਮੇਨ ਆ। ਤੇ ਜੇ ਉਹਦੇ ਤੇ ਤੁਸੀਂ ਹਾਜ਼ਰ ਹੋ ਗਏ ਆ ਤੇ ਤੁਸੀਂ ਵਿਆਹ 'ਚ ਸ਼ਾਮਲ ਹੋ ਗਏ। ਵੈਸੇ ਉਹਦਾ ਇੱਕ ਗੱਲ ਮੈਂ ਭਾਈ ਬਗੇਲ ਸਿੰਘ ਦੀ ਦੇਖੀ ਹੈ ਨਾ ਜੀ, ਪਿੰਡਾਂ ਦੇ ਵਿੱਚ ਜਦੋਂ ਸਪੀਕਰ ਵੱਜਦਾ ਹੁੰਦਾ ਜੀ ਤੇ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਦੇ ਭੋਗ ਚੱਲਦੇ ਹੁੰਦੇ ਆ, ਸਾਰਾ ਦਿਨ ਬੰਦੇ ਘਰ ਦੇ ਵਿੱਚ ਬੈਠੇ ਰਹਿੰਦੇ ਆ। ਜਦੋਂ 9ਵੇਂ ਮਹੱਲੇ ਦੇ ਸ਼ਲੋਕ ਸ਼ੁਰੂ ਹੁੰਦੇ ਆ ਨਾ, ਫਿਰ ਫਟਾਫਟ ਕਹਿੰਦੇ ਵੀ ਦਸਤਾਰ ਬੰਨ ਲਓ ਵੀ 9ਵੇਂ ਮਹੱਲੇ ਦਾ ਸ਼ਲੋਕ ਸ਼ੁਰੂ ਹੋ ਗਿਆ ਤੇ ਆਪਾਂ ਉੱਥੇ ਜਾ ਕੇ ਜਿਹੜੀ ਹਾਜ਼ਰੀ ਲਵਾਉਣੀ ਆ। ਇਹ ਨਹੀਂ ਕਹਿੰਦੇ ਵੀ ਅਸੀਂ ਜਾ ਕੇ ਪ੍ਰੋਗਰਾਮ ਵਿੱਚ ਉਹਨਾਂ ਤੇ ਜਾ ਬੰਦੋ ਜਿਨ੍ਹਾਂ ਨੇ ਤੁਹਾਨੂੰ ਸੱਦਿਆ ਉਹਨਾਂ ਦੇ ਜਾ ਕੇ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਸੱਦਦੇ ਆ ਨਾ, ਪ੍ਰੋਗਰਾਮ ਕੋਈ ਉਲੀਕਦੇ ਆ, ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਆ ਵੀ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਪੂਰੇ ਦਾ ਪੂਰਾ ਆਪਣਾ ਹਿੱਸਾ ਪਾਵੇ ਜਿੰਨਾ ਚਿਰ ਹੈਗਾ ਨਾ, ਜਿੰਨਾ ਵੀ ਹੋ ਸਕਦਾ। ਪਰ ਅਸੀਂ ਫਿਰ ਵੀ ਕਿਤੇ ਨਾ ਕਿਤੇ ਦੇਖਦੇ ਜਦੋਂ 9ਵੇਂ ਮਹੱਲੇ ਦੇ ਸ਼ਲੋਕ ਸ਼ੁਰੂ ਹੁੰਦੇ ਆ ਉਦੋਂ ਜਾ ਕੇ ਉੱਥੇ ਹਾਜ਼ਰੀ ਲਵਾਉਣੀ ਆਪਣੀ ਵਾਜਬ ਸਮਝਦੇ ਆ। ਕਿਤੇ ਨਾ ਕਿਤੇ ਦੇਖਿਓ ਵੀ ਸਾਡਾ ਜੀਵਨ ਸਫਲਾ ਕਿੱਦਾਂ ਹੋਣਾ ਆ। ਇਹ ਗੁਰੂ ਮਹਾਰਾਜ ਦੀਆਂ ਜਿਹੜੀਆਂ ਸਿੱਖਿਆਵਾਂ ਦੀ ਅਸੀਂ ਕਿੰਨੀ ਕੁ ਪਾਲਣਾ ਕਰਦੇ ਹਾਂ। ਬਗੇਲ ਸਿੰਘ ਜੀ ਆਪਾਂ ਗੱਲ ਕਰਨੀ ਨਵੇਂ ਸਾਲ ਬਾਰੇ ਥੋੜ੍ਹੀ ਜੀ। ਨਵੇਂ ਸਾਲ 31 ਦਸੰਬਰ ਨੂੰ ਸਾਰਿਆਂ ਨੂੰ ਪਤਾ ਵੀ ਨਵਾਂ ਸਾਲ ਜਿਹੜਾ ਰਾਤ ਨੂੰ ਜਦੋਂ 12:01 ਹੁੰਦਾ ਹੈ ਤਾਂ ਸਾਰਿਆਂ ਨੂੰ ਪਟਾਕੇ ਤੁਸੀਂ ਵੀ ਦੇਖਿਆ ਇਸ ਸਾਲ ਕਿੰਨੇ ਕੁ ਚੱਲੇ ਆ। ਮੇਰਾ ਖਿਆਲ ਮਿਲੀਅਨ ਬਿਲੀਅਨ ਦੇ ਪਟਾਕੇ, ਜੇ ਪੂਰੀ ਦੁਨੀਆ 'ਚ ਗੱਲ ਕਰੀਏ ਬਿਲੀਅਨ ਦੇ ਪਟਾਕੇ ਚੱਲੇ ਆ ਤੇ ਨਵਾਂ ਸਾਲ ਚੜ੍ਹ ਗਿਆ ਜੀ ਸਾਰੀ ਦੁਨੀਆ ਦਾ। ਤੇ ਸਿੱਖਾਂ ਦਾ ਨਵਾਂ ਸਾਲ ਕਦੋਂ ਚੜ੍ਹਦਾ? ਇਹ ਬਹੁਤ ਵਾਜਬ ਤੁਸੀਂ ਸਵਾਲ ਭਾਈ ਸੰਦੀਪ ਸਿੰਘ ਜੀ ਕੀਤਾ। ਤੇ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਜੇ ਆਪਾਂ ਗੱਲ ਕਰ ਲਈਏ ਵੀ ਆ 14 ਮਾਰਚ 2023 ਜਿਹੜਾ ਸਾਲ ਚੱਲ ਰਿਹਾ 2023 ਜੀ, 14 ਤਰੀਕ ਨੂੰ ਆਪਣਾ ਸਿੱਖਾਂ ਦਾ ਨਵਾਂ ਸਾਲ ਆ ਰਿਹਾ ਇਸ ਸਾਲ ਦੇ ਵਿੱਚ ਜੀ। ਮਤਲਬ ਨੈਕਸਟ ਵੀਕ ਜੀ, ਐਸੇ ਹੀ ਮਹੀਨੇ ਦੇ ਵਿੱਚ ਕਹਿ ਲਓ ਵੀ ਅਗਲੇ 5-7 ਦਿਨਾਂ ਦੇ ਵਿੱਚ ਜਿਹੜੇ ਦਿਨ ਆਉਣ ਵਾਲੇ ਆ ਜੀ। ਸੋ ਸਤਿਗੁਰੂ ਮਹਾਰਾਜ ਦੀ ਬੜੀ ਕਿਰਪਾ। ਦੇਖੋ ਸੰਦੀਪ ਸਿੰਘ ਜੀ, ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਹਰ ਪੱਖ ਤੋਂ ਸੁਚੇਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖਜ਼ਾਨਾ ਐਸਾ ਖਜ਼ਾਨਾ ਮਹਾਰਾਜ ਦੇ ਗਏ ਆ ਵੀ ਜਿਹਦੇ ਵਿੱਚ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲ ਜਾਂਦਾ। ਤੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਵੀ ਜਦੋਂ ਸੰਗਤਾਂ ਦੁਵਿਧਾ 'ਚ ਸੀ ਨਾ ਵੀ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਕਾਰਜ ਕਰਨੇ ਆ ਜਾਂ ਕਿਹੜੇ ਕੰਮ ਨੂੰ ਕਦੋਂ ਕੀਤਾ ਜਾਵੇ, ਤੇ ਮਹਾਰਾਜ ਨੇ ਤੁਖਾਰੀ ਰਾਗ ਦੇ ਅੰਦਰ 12 ਮਾਹਾਂ ਦੇ ਪਾਠ ਦਾ ਸ਼ਬਦ ਉਚਾਰਨ ਕਰਕੇ ਸਾਨੂੰ ਦਿੱਤਾ ਜੀ। 12 ਮਾਹਾਂ ਤੋਂ ਭਾਵ 12 ਮਹੀਨੇ 12 ਮਹੀਨੇ ਸਾਲ ਦੇ 12 ਮਹੀਨੇ ਤੇ 12 ਮਾਹਾਂ ਦਾ ਪਾਠ ਤੁਖਾਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਨੇ ਸਾਨੂੰ ਦਿੱਤਾ। ਤੇ ਸਮਾਂ ਆਇਆ 5ਵੇਂ ਪਾਤਸ਼ਾਹ ਦੇ ਵੇਲੇ ਆਣ ਕੇ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਵੀ ਤੁਖਾਰੀ ਰਾਗ ਦੀ ਬਾਣੀ ਜਿਹੜੀ ਆ ਉਹ ਸਾਨੂੰ ਪੜ੍ਹਨੀ ਬੜੀ ਔਖੀ ਲੱਗਦੀ ਆ, ਵੀ ਤੁਖਾਰੀ ਰਾਗ ਦੇ ਸ਼ਬਦਾਂ ਦੇ ਅਰਥ ਜਿਹੜੇ ਆ ਜੇ ਸੰਥਿਆ ਤੁਸੀਂ ਨਹੀਂ ਲਈ ਤਾਂ ਤੁਹਾਨੂੰ ਸਮਝ ਨਹੀਂ ਆਉਂਦੇ। ਆਮ ਸਿੱਖ ਨੂੰ ਸ਼ਬਦਾਂ ਦੇ ਅਰਥ ਪਤਾ ਨਹੀਂ ਲੱਗਦੇ। ਮਹਾਰਾਜ ਕਿਰਪਾ ਕਰੋ ਸਾਨੂੰ ਕੋਈ ਸੁਖੈਨ ਰੂਪ ਦੇ ਵਿੱਚ 12 ਮਾਹਾਂ ਦਾ ਪਾਠ ਉਚਾਰਨ ਕਰ ਦਿਓ। ਤੇ 5ਵੇਂ ਪਾਤਸ਼ਾਹ ਨੇ ਭਾਈ ਸੰਦੀਪ ਸਿੰਘ ਜੀ ਫਿਰ ਮਾਝ ਰਾਗ ਦੇ ਅੰਦਰ ਫਿਰ 12 ਮਾਹਾਂ ਦਾ ਪਾਠ ਉਚਾਰਨ ਕੀਤਾ, ਜਿਹੜਾ ਹਰ ਇੱਕ ਸਿੱਖ ਪੰਜਾਬੀ ਪੜ੍ਹਨ ਵਾਲਾ ਜੇ ਉਹ ਪੜ੍ਹੇ ਤੇ ਉਹਨੂੰ ਤਕਰੀਬਨ ਸਾਰੇ ਅਰਥ ਸਮਝ ਆ ਜਾਂਦੇ ਆ ਜੀ।
ਤੇ ਉਦੋਂ ਅੱਗੇ ਚੱਲੀਏ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਪਣੀ 10ਵੀਂ ਦੀ ਬਾਣੀ ਦੇ ਅੰਦਰ 12 ਮਾਹਾਂ ਦੇ ਪਾਠ ਦਾ ਉਚਾਰਨ ਕਰਕੇ ਸਾਨੂੰ ਦਿੱਤਾ ਜੀ। ਸੋ 12 ਮਾਹਾਂ ਦਾ ਜਿਹੜਾ ਪੂਰਾ ਸਾਲ ਦਾ ਸਾਨੂੰ ਵੇਰਾ ਮਹਾਰਾਜ ਨੇ ਦੱਸਿਆ ਤੇ ਉਹਦੇ ਵਿੱਚ ਇੱਕ ਜਗਿਆਸੂ ਦੀ ਪ੍ਰਮਾਤਮਾ ਤੱਕ ਪਹੁੰਚ ਕਿੱਦਾਂ ਹੋਣੀ ਹੈ ਤੇ ਇਹਨੂੰ ਮੈਂ ਥੋੜਾ ਜਿਹਾ ਡਿਫਾਈਨ ਕਰ ਦਿਆਂ ਜੀ। ਬਿਲਕੁਲ। ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਕੁਦਰਤ ਦੇ ਨਾਲ ਮਨੁੱਖ ਦਾ ਸੰਬੰਧ ਬੜਾ ਡੂੰਘਾ ਤੇ ਜਿੱਦਾਂ ਜਿੱਦਾਂ ਭਾਈ ਸੰਦੀਪ ਸਿੰਘ ਜੀ ਬਾਹਰੀ ਵਰਤਾਰਾ ਬਦਲਦਾ ਤੁਹਾਡੀ ਅੰਦਰ ਦੀ ਬਿਰਤੀ ਵੀ ਬਦਲਦੀ ਆ। ਗਰਮੀ 'ਚ ਮਨ ਕਾਲਾ ਪੈਣ ਲੱਗ ਪੈਂਦਾ, ਸਰਦੀ ਦੇ ਵਿੱਚ ਸੁਸਤੀ ਆ ਜਾਂਦੀ ਆ। ਸੋ ਜਦੋਂ ਰੁੱਤ ਬਦਲਦੀ ਆ, ਰੁੱਤ ਦੇ ਨਾਲ ਬੰਦੇ ਦੇ ਮਨ ਤੇ ਬੜਾ ਪ੍ਰਭਾਵ ਪੈਂਦਾ ਤੇ ਮਹਾਰਾਜ ਨੇ ਦੱਸਿਆ ਵੀ ਜਦੋਂ ਰੁੱਤ ਬਦਲਣੀ ਆ, ਸਮਾਂ ਬਦਲਣਾ ਆ, ਤੇਰੇ ਮਨ ਦੇ ਭਾਵ ਵੀ ਬਦਲਣੇ ਆ ਤੇ ਉਸ ਬਦਲਦੇ ਹੋਏ ਭਾਵ ਨੂੰ ਗੁਰੂ ਵਾਲੇ ਪਾਸੇ ਕਿੱਦਾਂ ਲੈ ਕੇ ਜਾਣਾ, ਉਹ 12 ਮਾਹਾਂ ਦੇ ਰੂਪ 'ਚ ਸਾਨੂੰ ਸਤਿਗੁਰੂ ਮਹਾਰਾਜ ਨੇ ਦਿੱਤਾ। ਤੇ ਦੂਸਰੀ ਗੱਲ ਆਪਾਂ ਸਾਇੰਟੀਫਿਕਲੀ ਜੇ ਕਰ ਲਈਏ ਵੀ ਸੰਸਾਰ ਤੇ ਜਦੋਂ ਮਨੁੱਖ ਆਇਆ ਇਹਨੇ ਹਰੇਕ ਚੀਜ਼ ਨੂੰ ਨਿਯਮ 'ਚ ਬੰਨ੍ਹਣ ਦੀ ਕੋਸ਼ਿਸ਼ ਕੀਤੀ ਆ, ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਰੂਲ ਐਂਡ ਰੈਗੂਲੇਸ਼ਨ ਫੋਲੋ ਕਰੋ, ਪਰ ਉਹ ਬੰਦੇ ਦੇ ਬਣਾਏ ਹੋਏ ਆ। ਸੋ ਬੰਦੇ ਨੇ ਜਦੋਂ ਸਮੇਂ ਦੀ ਵੰਡ ਕਰਨੀ ਚਾਹੀ ਤੇ ਫਿਰ ਸਮੇਂ ਨੂੰ ਵੰਡਦਿਆਂ ਜਿਹੜਾ ਆ ਅੱਜ ਜਿਹੜਾ ਆਪਾਂ ਮਿੰਟਾਂ ਸਕਿੰਟਾਂ ਘੰਟਿਆਂ ਦੀ ਗੱਲ ਕਰਦੇ ਆ, ਉਹਦੇ ਮੁਤਾਬਕ ਸਮੇਂ ਨੂੰ ਵੰਡਿਆ ਗਿਆ, ਸਾਲ ਬਣਾਇਆ ਗਿਆ, ਸਾਲ ਦੇ 12 ਮਹੀਨੇ ਬਣਾਏ ਗਏ, ਉਹਦੇ ਵਿੱਚ ਇੱਕ ਤਰਤੀਬ ਬਣਾ ਲਈ ਗਈ। ਇਹ ਹੈਗਾ ਦੁਨੀਆ ਦਾ ਵਰਤਾਰਾ ਜਿਹੜਾ ਮਨੁੱਖ ਨੇ ਸਿਰਜਿਆ। ਤੇ ਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਸਾਨੂੰ 12 ਮਾਹਾਂ ਦਾ ਪਾਠ ਦਿੱਤਾ, ਉਹਦੇ ਵਿੱਚ ਸਤਿਗੁਰੂ ਮਹਾਰਾਜ ਜੇ ਕਿਰਪਾ ਕਰਨ ਵੀ ਰਹਿਰਾਸ ਸਾਹਿਬ ਜੀ ਦੀ ਬਾਣੀ ਜਿਹੜੇ ਸਿੱਖ ਪੜ੍ਹਦੇ ਆ ਉਹਦੇ 'ਚ ਤੁਸੀਂ ਧਿਆਨ ਨਾਲ ਜੇ ਗੌਰ ਨਾਲ ਪੜ੍ਹੋਗੇ ਤੇ ਮਹਾਰਾਜ ਨੇ ਸਾਨੂੰ ਸਕਿੰਟਾਂ ਤੋਂ ਵੀ ਥੱਲੇ ਦੇ ਸਮੇਂ ਦੀ ਵੰਡ ਦੇ ਦਿੱਤੀ। ਮਹਾਰਾਜ ਕਹਿੰਦੇ ਵਿਸੂਏ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਭਾਈ ਸਮੇਂ ਨੂੰ ਬਿਲਕੁਲ ਥੱਲੇ ਜ਼ੀਰੋ ਤੋਂ ਕਿੱਦਾਂ ਮਾਪਣਾ। ਹੁਣ ਵਿਸਵਾ ਕਿਹਾ ਜਾਂਦਾ ਭਾਈ ਸੰਦੀਪ ਸਿੰਘ ਜੀ ਵੀ ਜਦੋਂ ਆਪਾਂ ਆਪਣੀ ਅੱਖ ਨੂੰ ਝਮਕਦੇ ਆ, ਬਲਿੰਕ ਕਰਦੇ ਆ, 15 ਵਾਰ ਇੱਕ ਮਨੁੱਖ ਅੱਖ ਝਮਕਦਾ ਤੇ ਇੱਕ ਵਿਸਾ ਬਣਦਾ ਤੇ 15 ਵਿਸੇ ਜਦੋਂ ਤੁਸੀਂ ਜੋੜੋਗੇ ਤੇ ਇੱਕ ਚਸਾ ਬਣੇਗਾ। ਫਿਰ 30 ਚਸੇ ਤੁਸੀਂ ਜੋੜੋਗੇ ਤੇ ਉਹਦਾ ਇੱਕ ਪਲ ਬਣੇਗਾ ਜੀ। ਫਿਰ 60 ਪਲ ਤੁਸੀਂ ਜੋੜੋਗੇ ਤੇ ਉਹਦੀ ਇੱਕ ਘੜੀ ਬਣੇਗੀ ਜੀ। 7.5 ਘੜੀਆਂ ਜੋੜੋਗੇ ਤੇ ਇੱਕ ਪਹਿਰ ਬਣੇਗਾ। 4 ਪਹਿਰ ਦਾ ਦਿਨ ਬਣੇਗਾ ਤੇ 4 ਪਹਿਰ ਦੀ ਰਾਤ ਬਣੇਗੀ। ਫਿਰ 8 ਪਹਿਰਾਂ ਦਾ ਦਿਨ ਤੇ ਰਾਤ ਹੋ ਗਿਆ। 7 ਦਿਨਾਂ ਦੇ 7 ਵਾਰ ਬਣਨਗੇ ਤੇ 30 ਦਿਨਾਂ ਦਾ ਇੱਕ ਮਹੀਨਾ ਬਣੇਗਾ। ਤੇ ਉਸ ਇੱਕ ਮਹੀਨੇ ਦੇ ਵਿੱਚ 2 ਪੱਖ ਬਣਦੇ ਨੇ, ਚੜ੍ਹਦਾ ਤੇ ਲਹਿੰਦਾ। 15 ਦਿਨ ਦਾ ਡਿਫਰੈਂਸ ਹੈ ਜਿਹੜਾ ਜੀ। 12 ਮਹੀਨਿਆਂ ਦਾ ਇੱਕ ਸਾਲ ਤੇ 12 ਸਾਲਾਂ ਦਾ ਇੱਕ ਕੁੰਭ। ਇਹ ਗੁਰਬਾਣੀ ਦੇ ਅਨੁਸਾਰ ਸਾਨੂੰ ਮਹਾਰਾਜ ਨੇ ਵੰਡ ਦਿੱਤੀ ਹੋਈ ਹੈ। ਜਿਹੜਾ ਕੁੰਭ ਦਾ ਮੇਲਾ ਕਹਿੰਦੇ ਨੇ 12 ਜੀ 12 ਸਾਲਾਂ ਬਾਅਦ ਲੱਗਦਾ। ਉਹ ਵੀ ਜਿਹੜਾ ਦੇਸੀ ਮਹੀਨਿਆਂ ਦੇ ਨਾਲ ਹੀ ਚੱਲਦਾ, ਦੇਸੀ ਮਹੀਨਿਆਂ ਦੇ ਨਾਲ ਚੱਲਦਾ। ਤੇ ਦੂਸਰਾ ਥੋੜਾ ਜਿਹਾ ਹੋਰ ਸਪਸ਼ਟ ਕਰ ਦਈਏ ਵੀ ਇਹ ਇਕੱਲਾ ਆਪਣਾ ਹੀ ਨਹੀਂ ਹੈ। ਮੁਸਲਮਾਨਾਂ ਦਾ ਆਪਣਾ ਵੱਖਰਾ ਸਮੇਂ ਦੀ ਵੰਡ ਆ, ਉਹਨਾਂ ਦਾ ਆਪਣਾ ਕੈਲੰਡਰ ਆ। ਹਿੰਦੂ ਮਤ ਦਾ ਆਪਣਾ ਆ, ਚਾਈਨੀਜ਼ ਦਾ ਆਪਣਾ ਆ, ਸਿੱਖਾਂ ਦਾ ਆਪਣਾ ਆ। ਤੇ ਇੱਥੋਂ ਦਾ ਜਿਹੜਾ ਹੁਣ ਕੈਲੰਡਰ ਜਨਵਰੀ ਫਰਵਰੀ ਮਾਰਚ ਆਪਾਂ ਵਰਤਦੇ ਆ, ਇਹ ਇੱਕ ਕ੍ਰਿਸਚੀਅਨ ਕੈਲੰਡਰ ਆ, ਇੱਕ ਬਿਜ਼ਨਸ ਕੈਲੰਡਰ ਆ ਜਿਹਨੂੰ ਸਾਰੀ ਦੁਨੀਆ ਨੇ ਅਪਣਾਇਆ ਹੋਇਆ। ਤੇ ਇਹਦਾ ਇੱਕ ਕਾਰਨ ਇਹ ਵੀ ਆ ਵੀ ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਇਹਨਾਂ ਨੇ ਆਪਣੀਆਂ ਤਰੀਕਾਂ ਤੇ ਆਪਣਾ ਕੈਲੰਡਰ ਉੱਥੇ ਲਾਗੂ ਕੀਤਾ ਤੇ ਉਹ ਸਾਰੀਆਂ ਕੰਟਰੀਆਂ ਵਿੱਚ ਹੀ ਆਪਾਂ ਵੀ ਆ ਜਾਂਦੇ ਆ। ਭਾਰਤ ਦੀ ਗੱਲ ਕਰ ਲਈਏ, ਉਹ ਇਹਨਾਂ ਦੇ ਸਿਸਟਮ ਨੂੰ ਫੋਲੋ ਕਰ ਰਹੇ ਆ। ਪਰ ਇਹਨਾਂ ਦੇ ਜਾਣ ਤੋਂ ਪਹਿਲਾਂ ਦਾ ਜਿਹੜਾ ਸਮਾਂ ਆ ਉਹ ਸਾਰਾ ਦੇਸੀ ਮਹੀਨਿਆਂ ਨਾਲ ਚੱਲਦਾ ਸੀ, ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਹੋਏ ਆ ਉਹਦੇ ਅਕੋਰਡਿੰਗਲੀ ਜਿਹੜੇ ਗੁਰਬਾਣੀ 'ਚ ਦਰਜ ਆ। ਬਿਲਕੁਲ ਜੀ। ਆਪਾਂ ਗੁਰੂ ਸਾਹਿਬਾਨਾਂ ਦੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਗੁਰੂ ਸਾਹਿਬਾਨਾਂ ਦੇ ਸਮੇਂ ਵੀ ਇਹ ਜਿਹੜੀਆਂ ਤਰੀਕਾਂ ਵਰਤੀਆਂ ਜਾਂਦੀਆਂ ਸਨ ਜਦੋਂ ਉਸ ਵਕਤ। ਭਾਈ ਸੰਦੀਪ ਸਿੰਘ ਜੀ ਗੱਲ ਇੱਦਾਂ ਵੀ ਜਿਹੜੀ ਅੱਜ ਆਪਾਂ ਤਰੀਕ ਵਰਤ ਰਹੇ ਨਾ ਜਨਵਰੀ ਫਰਵਰੀ ਮਾਰਚ, ਇਹ ਮਹੀਨੇ ਨਹੀਂ ਸੀ ਵਰਤੇ ਜਾਂਦੇ। ਉਸ ਵੇਲੇ ਸੰਮਤ ਵਰਤੇ ਜਾਂਦਾ ਸੀ। ਬਲਕੀਰ ਸਿੰਘ ਜੀ ਹੈਗਾ ਤਾਂ ਦੇਖਿਆ ਜਾਵੇ ਤੁਸੀਂ 2000 ਸਾਲ ਪਹਿਲਾਂ ਦੀ ਜਿੱਦਾਂ ਕੈਲੰਡਰ ਹੈਗਾ, ਤੁਸੀਂ ਜਦੋਂ ਕ੍ਰਿਸ਼ਨਾ ਦਾ ਕੈਲੰਡਰ ਜਾਂ ਕਹਿੰਦੇ ਅੰਗਰੇਜ਼ਾਂ ਦਾ ਕੈਲੰਡਰ, ਕਿਉਂਕਿ ਜੇ ਸਾਲ ਦੀ ਆਪਾਂ ਸ਼ੁਰੂਆਤ ਕੀਤੀ ਤਾਂ ਦੇਖਿਆ ਜਾਵੇ ਤਕਰੀਬਨ 2023 ਸਾਲ ਹੀ ਹੋ ਗਏ। ਤੇ ਉਦੋਂ ਫਿਰ ਗੁਰੂ ਸਾਹਿਬਾਨਾਂ ਦੇ ਸਮੇਂ ਕਿਹੜੀਆਂ ਜਿਹੜੀਆਂ ਤਰੀਕਾਂ ਵਰਤੀਆਂ ਜਾਂਦੀਆਂ? ਉਦੋਂ ਪਹਿਲਾਂ ਜਿਹੜਾ ਬਿਕਰਮੀ ਸੰਮਤ ਵੀ ਚੱਲਦਾ ਜੀ, ਰਾਜਾ ਬਿਕਰਮਾਦੱਤ ਦੇ ਨਾਮ ਤੋਂ ਚੱਲਦਾ। ਤੇ ਸਤਿਗੁਰੂ ਮਹਾਰਾਜ ਨੇ ਜਿਹੜਾ ਸਾਨੂੰ ਸੰਮਤ ਦੇ ਅਨੁਸਾਰ ਜਿਹੜੀ ਆ ਉਹ ਡੇਟਾਂ ਦਿੱਤੀਆਂ ਹਨ। ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਆਗਮਨ ਪੁਰਬ ਜਾਂ ਜਨਮ ਦਿਹਾੜਾ, ਸਿੱਧੇ ਸ਼ਬਦ ਮੈਂ ਵਰਤ ਲਵਾਂ, ਕੱਤਕ ਦੀ ਪੂਰਨਮਾਸ਼ੀ ਨੂੰ। ਠੀਕ ਹੈ ਜੀ। ਸੋ ਸਾਡੇ ਕੋਲ ਜਿਹੜੇ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ ਅੱਸੂ ਕੱਤਾ ਮੱਘਰ ਪੋਹ ਮਾਘ ਤੇ ਫੱਗਣ, ਇਹ 12 ਮਹੀਨੇ ਬਣਦੇ ਆ। ਚੇਤ ਦੇ ਮਹੀਨੇ ਤੋਂ ਦੇਸੀ ਕੈਲੰਡਰ ਸ਼ੁਰੂ ਹੁੰਦਾ, ਸਿੱਖਾਂ ਦਾ ਕੈਲੰਡਰ ਸ਼ੁਰੂ ਹੁੰਦਾ। ਤੇ ਕੱਤੇ ਦੇ ਮਹੀਨੇ ਦੇ ਵਿੱਚ ਆਣ ਕੇ ਜਿਹੜੀ ਪੂਰਨਮਾਸ਼ੀ ਆਉਂਦੀ ਹੈ, ਉਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਆਗਮਨ ਪੁਰਬ ਮਨਾਇਆ ਜਾਂਦਾ। ਤੇ ਇਹ ਕੈਲੰਡਰ ਚੰਦਰਮਾ ਦੇ ਅਕੋਰਡਿੰਗਲੀ ਚੱਲਦਾ। ਤੇ ਜਿਹੜਾ ਜਨਵਰੀ ਫਰਵਰੀ ਵਾਲਾ ਕੈਲੰਡਰ ਆ ਇਹ ਸੂਰਜੀ ਕੈਲੰਡਰ ਆ, ਇਹ ਸੂਰਜ ਦੇ ਮੁਤਾਬਕ ਚੱਲਦਾ। ਇਹ ਦੋਨਾਂ ਦਾ ਡਿਫਰੈਂਸ ਹੈ। ਤੇ ਜਿਹੜਾ ਸੰਗਰਾਂਦ ਗੁਰੂ ਘਰਾਂ ਦੇ ਵਿੱਚ ਮਨਾਈ ਜਾਂਦੀ, ਮੰਨ ਲਓ ਜੇ ਸੰਗਰਾਂਦ ਵਾਲੇ ਦਿਨ ਫਿਰ ਨਵੇਂ ਮਹੀਨੇ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਨਾ, ਜਿਹੜੇ 12 ਮਹੀਨੇ ਆਪਾਂ ਨੂੰ ਮਹਾਰਾਜ ਨੇ ਦਿੱਤੇ ਨੇ ਦੇਸੀ ਕੈਲੰਡਰ ਦੇ ਮੁਤਾਬਕ, ਉਹ ਸੰਗਰਾਂਦ ਦਾ ਦਿਹਾੜਾ ਹੁੰਦਾ ਜਦੋਂ ਇੱਕ ਮਹੀਨਾ ਖਤਮ ਹੋ ਕੇ ਤੇ ਦੂਜਾ ਮਹੀਨਾ ਸ਼ੁਰੂ ਹੁੰਦਾ। ਜਿਵੇਂ ਆਪਾਂ ਕਹਿਤਾ ਜੀ ਅੱਜ ਚੇਤ ਦੀ ਸੰਗਰਾਂਦ ਆ, ਫਿਰ ਵਿਸਾਖ ਦੀ ਸੰਗਰਾਂਦ ਆ। ਸੋ ਚੇਤ ਮਹੀਨੇ ਦੀ ਪ੍ਰਾਰੰਭਤਾ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਤੇ ਫੱਗਣ ਮਹੀਨੇ 'ਚ ਆਣ ਕੇ ਸਮਾਪਤ ਹੁੰਦਾ। ਇਸ ਵਕਤ ਦੇਸੀ ਮਹੀਨਾ ਫੱਗਣ ਚੱਲ ਰਿਹਾ,
ਜਿਹੜਾ 14 ਮਾਰਚ ਨੂੰ ਜਾ ਕੇ ਸੰਗਰਾਂਦ ਆਉਣੀ ਆ ਤੇ ਚੇਤ ਦੇ ਮਹੀਨੇ ਦਾ ਪਹਿਲਾ ਦਿਨ ਹੋਣਾ, ਜਿਹਨੂੰ ਆਪਾਂ ਕਹਿੰਦੇ ਆ ਵੀ ਮਹੀਨੇ ਦੀ ਆਰੰਭਤਾ ਹੋ ਗਈ, ਸਾਲ ਦੀ ਆਰੰਭਤਾ ਹੋ ਗਈ। ਤੇ ਸਿੱਖਾਂ ਦਾ ਨਵਾਂ ਸਾਲ ਚੇਤ ਦੀ ਸੰਗਰਾਂਦ ਨੂੰ ਹੁੰਦਾ, ਚੇਤ ਮਹੀਨੇ ਦੇ ਸ਼ੁਰੂਆਤ ਦੇ ਵਿੱਚ। ਤੇ ਇਹਦਾ ਇੱਕ ਪੱਖ ਭਾਈ ਸੰਦੀਪ ਸਿੰਘ ਜੀ ਹੋਰ ਵੀ ਆ। ਸਤਿਗੁਰੂ ਮਹਾਰਾਜ ਨੇ ਸਾਨੂੰ ਦੱਸਿਆ, ਕਹਿੰਦੇ ਵੀ ਜਿਹੜਾ ਸਰਕਲ ਆਫ ਨੇਚਰ ਆ ਨਾ, ਕੁਦਰਤ ਦਾ ਜਿਹੜਾ ਵਰਤਾਰਾ ਆ ਉਹਦੇ ਵਿੱਚ ਕੁਦਰਤ 6 ਰੁੱਤਾਂ ਦੇ ਵਿੱਚ ਵਰਤਦੀ ਆ, ਜਿਹਦੇ ਵਿੱਚ ਆਪਾਂ ਕਹਿ ਲਈਏ ਵੀ ਸਰਦੀ, ਗਰਮੀ, ਪਤਝੜ, ਬਸੰਤ, ਬਹਾਰ ਤੇ ਵਰਖਾ ਰੁੱਤ। ਇਹ ਇੱਕ ਸਾਲ ਦੇ ਵਿੱਚ 6 ਸੀਜ਼ਨ ਆਉਂਦੇ ਆ, ਨਾ ਕੋਈ ਵਧਣਾ ਤੇ ਨਾ ਕੋਈ ਘਟਣਾ। ਜਿੰਨੀ ਦੇਰ ਤੱਕ ਇਹ 6 ਸੀਜ਼ਨ ਕੰਪਲੀਟ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਸਾਲ ਦਾ ਸਰਕਲ ਪੂਰਾ ਨਹੀਂ ਹੁੰਦਾ। ਤੇ ਇਹਨੂੰ ਹੋਰ ਸੌਖਾ ਜਿਹਾ ਕਰ ਲਓ ਵੀ ਦਰਖਤਾਂ ਦੀਆਂ ਕਰੂੰਬਲਾਂ ਫੁੱਟੀਆਂ, ਨਵੇਂ ਪੱਤੇ ਨਿਕਲੇ, ਪੱਤਿਆਂ ਦੀਆਂ ਟਾਹਣੀਆਂ ਬਣੀਆਂ, ਟਾਹਣੀਆਂ ਨੂੰ ਫਿਰ ਅੱਗੇ ਪੱਤੇ ਲੱਗੇ, ਫੁੱਲ ਲੱਗੇ, ਫਲ ਲੱਗੇ, ਸਮਾਂ ਆਇਆ ਉਹ ਫਲ ਟੁੱਟ ਗਏ, ਪੱਤੇ ਪੀਲੇ ਪੈ ਕੇ ਝੜ ਗਏ। ਸੋ ਪੱਤੇ ਦੇ ਪੈਦਾ ਹੋਣ ਤੋਂ ਲੈ ਕੇ ਪੱਤੇ ਦੇ ਝੜਨ ਤੱਕ ਦਾ ਜਿਹੜਾ ਸਮਾਂ, ਉਹਦੇ ਵਿੱਚ 6 ਰੁੱਤਾਂ ਆ ਜਾਂਦੀਆਂ। ਅੱਛਾ ਜੀ। ਸਰਦੀ ਵੀ ਆ ਜਾਂਦੀ, ਗਰਮੀ ਵੀ ਆ ਜਾਂਦੀ, ਪਤਝੜ ਵੀ ਆ ਜਾਂਦੀ, ਬਸੰਤ ਵੀ ਆ ਜਾਂਦੀ ਤੇ ਬਹਾਰ ਵੀ ਆ ਜਾਂਦੀ। ਮਤਲਬ ਇੱਕ ਸਾਲ ਦਾ ਪੂਰਾ ਜਿਹੜਾ ਟਾਈਮ ਪੀਰੀਅਡ ਸਰਕਲ ਆਫ ਨੇਚਰ ਜਿਹੜਾ ਪੂਰਾ ਹੋ ਜਾਂਦਾ। ਤੇ ਦੂਜੇ ਪਾਸੇ ਦੇਖ ਲਈਏ ਵੀ ਦਸੰਬਰ ਦੇ ਮਹੀਨੇ 'ਚ ਜਿਹੜੀ ਜਨਵਰੀ 'ਚ ਠੰਡ ਬਹੁਤੀ ਆ, ਬਰਫ਼ ਜੰਮ ਜਾਂਦੀ ਪਹਾੜਾਂ ਦੇ ਉੱਪਰ, ਸਾਰਾ ਕੁਝ ਜੰਮ ਜਾਂਦਾ। ਤੇ ਮਾਰਚ ਦੇ ਮਹੀਨੇ ਵਿੱਚ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਨਵਾਂ ਪਾਣੀ ਚੱਲਣਾ ਸ਼ੁਰੂ ਹੁੰਦਾ ਜੀ, ਬਿਲਕੁਲ ਪਾਣੀ ਦਾ ਵਰਤਾਰਾ ਸ਼ੁਰੂ ਹੁੰਦਾ। ਇਸੇ ਤਰ੍ਹਾਂ ਜਿਹੜਾ ਹੁਣ ਮੈਂ ਹੋਰ ਥੋੜਾ ਜਿਹਾ ਡੀਪ ਤੁਹਾਨੂੰ ਦੱਸ ਦਿਆਂ, ਇੱਕ ਦਰਖਤ ਨੂੰ ਜਦੋਂ ਆਪਾਂ ਕੱਟਦੇ ਆ ਤੇ ਜਦੋਂ ਤੁਸੀਂ ਕੱਟੋਗੇ ਤੁਸੀਂ ਦੇਖੋ ਉਹਦੇ 'ਚ ਸਰਕਲ ਬਣੇ ਹੁੰਦੇ, ਲੇਅਰਾਂ ਬਣੀਆਂ ਹੁੰਦੀਆਂ। ਹਾਂ ਬਿਲਕੁਲ ਜੀ, ਜਦੋਂ ਮੋਛਾ ਗਈ ਆਪਾਂ ਕਹਿੰਦੇ ਦਰਖਤ ਦਾ ਮੋਛਾ ਨਾ, ਤੇ ਉਹ ਜਿਹੜੀਆਂ ਲੇਅਰਾਂ ਹੁੰਦੀਆਂ ਉਸ ਦਰਖਤ ਦੀ ਉਮਰ ਹੁੰਦੀ ਆ। ਅੱਛਾ ਜੀ। ਵੀ ਉਹ ਕਿੰਨੇ ਸਾਲ ਦਾ ਹੋ ਗਿਆ, ਜਿੰਨੇ ਉਹਦੇ 'ਚ ਲੇਅਰਾਂ ਬਣੀਆਂ, ਸਰਕਲ ਬਣਿਆ, ਉਸ ਦਰਖਤ ਦੀ ਉਮਰ ਉਨੀ ਹੋ ਜਾਂਦੀ ਆ। ਤੇ ਉਹ ਇੱਕ ਲੇਅਰ ਇਹਨਾਂ 6 ਸੀਜ਼ਨਾਂ ਤੋਂ ਬਾਅਦ ਬਣਦੀ ਆ। 6 ਸੀਜ਼ਨਾਂ ਤੋਂ ਬਾਅਦ ਬਣਦੀ, ਜਿੰਨੀ ਦੇਰ ਤੱਕ ਸਰਕਲ ਕੰਪਲੀਟ ਨਹੀਂ ਹੋ ਜਾਂਦਾ। ਤੇ ਇਹ ਸਰਕਲ ਜਿਹੜਾ ਚੇਤ ਦੇ ਮਹੀਨੇ ਤੋਂ ਲੈ ਕੇ ਫੱਗਣ ਦੇ ਮਹੀਨੇ ਤੱਕ ਕੰਪਲੀਟ ਹੁੰਦਾ। ਜੇ ਆਪਾਂ ਗੱਲ ਕਰੀਏ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ 1 ਅਪ੍ਰੈਲ ਤੋਂ ਜੇ ਸ਼ੁਰੂ ਕਰੋਗੇ ਤੇ 31 ਮਾਰਚ ਤੇ ਆਣ ਕੇ ਇਹ ਸਾਲ ਪੂਰਾ ਹੁੰਦਾ। 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਇਹ 6 ਸੀਜ਼ਨ ਪੂਰੇ ਨਹੀਂ ਹੁੰਦੇ। ਸੀਜ਼ਨ ਜਿਹੜੇ ਪੂਰੇ ਨੇ। ਬਹੁਤ ਬਗੇਲ ਸਿੰਘ ਜੀ, ਬਹੁਤ ਡੂੰਘੀਆਂ ਗੱਲਾਂ ਆ। ਵੈਸੇ ਦੇਖਿਆ ਜਾਵੇ ਜਿਹੜੇ ਸਾਡੇ ਦਰਸ਼ਕ ਸਾਨੂੰ ਘਰਾਂ ਦੇ ਵਿੱਚ ਦੇਖ ਰਹੇ ਨੇ, ਅੱਜ ਲੋੜ ਆ ਆਪਣੇ ਯੰਗ ਜਨਰੇਸ਼ਨ ਨੂੰ ਇਹਨਾਂ ਚੀਜ਼ਾਂ ਉੱਤੇ ਦੱਸਣ ਦੀ, ਕਿਉਂਕਿ ਇਹ ਹੋਰ ਥੋੜਾ ਸਮਾਂ ਆ ਜਦੋਂ ਇਹ ਚੀਜ਼ਾਂ ਸਾਡੇ ਤੋਂ ਵਿਸਰਦੀਆਂ ਜਾ ਰਹੀਆਂ ਨੇ। ਅੱਜ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਅਪਣਾਉਣਾ ਹੈ, ਜਿੱਦਾਂ ਹੁਣ ਬਗੇਲ ਸਿੰਘ ਉਹਨਾਂ ਨੇ ਬਹੁਤ ਡੂੰਘੀ ਗੱਲ ਕੀਤੀ ਆ ਕਿ ਇੱਕ ਜੇ ਦਰਖਤ ਨੂੰ ਕੱਟਿਆ ਜਾਵੇ ਤਾਂ ਦਰਖਤ ਦੀ ਉਮਰ ਦਾ ਕਿੱਦਾਂ ਪਤਾ ਲੱਗਦਾ, ਕਿਉਂਕਿ ਇਹ ਮੇਰੇ ਉੱਪਰੋਂ ਦੀ ਗੱਲਾਂ ਲੰਘੀ ਜਾਂਦੀਆਂ, ਕਿਉਂਕਿ ਮੈਨੂੰ ਇੰਨੀ ਨੌਲੇਜ ਨਹੀਂ ਜਿੰਨੀ ਅਸੀਂ ਪ੍ਰੋਗਰਾਮ ਤਾਂ ਮੈਂ ਕਰਨਾ ਹੀ ਤੇ ਬੈਠ ਗਿਆ, ਪਰ ਮੈਨੂੰ ਇੰਨੇ ਬਾਰੇ, ਇਸ ਚੀਜ਼ ਬਾਰੇ ਇੰਨੀ ਨੌਲੇਜ ਨਹੀਂ। ਪਰ ਜਦੋਂ ਇਹ ਗੱਲਾਂ ਬਗੇਲ ਸਿੰਘ ਹੁਣੀ ਦੱਸਦੇ ਤਾਂ ਅੱਖਾਂ ਖੁੱਲ੍ਹਦੀਆਂ ਨੇ ਵੀ ਅਸੀਂ ਕਿੱਥੇ ਭੁੱਲੇ ਫਿਰਦੇ ਹਾਂ। ਅੱਜ ਗੱਲਾਂ ਸੋਚਣ ਵਾਲੀਆਂ ਨੇ ਤੇ ਅੱਜ ਅਸੀਂ ਚੱਲ ਕਿੱਧਰ ਨੂੰ ਰਹੇ ਹਾਂ ਤੇ ਗੁਰੂ ਸਾਹਿਬ ਦਾ ਸਿਧਾਂਤ ਉਹ ਸਾਨੂੰ ਜਿਹੜਾ ਕੀ ਦੱਸ ਰਿਹਾ। ਬਗੇਲ ਸਿੰਘ ਜੀ, ਇਹ ਜਿਹੜੇ ਦਿਨ ਚੱਲਦੇ ਨੇ ਇਹ ਮਹੀਨੇ ਦੇ ਵਿੱਚ, ਜਿੱਦਾਂ ਐਤਵਾਰ, ਸੋਮਵਾਰ, ਮੰਗਲਵਾਰ, ਇਹ ਆਪਣੇ ਦੇਸੀ ਮਹੀਨਿਆਂ ਦੇ ਵਿੱਚ ਕਿੱਦਾਂ ਇਹ? ਬਿਲਕੁਲ ਜੀ, ਆਪਣੇ ਦੇਸੀ ਮਹੀਨਿਆਂ ਦੇ ਵਿੱਚ ਵੀ ਜਿਹੜਾ ਹਫ਼ਤੇ ਦੇ ਵਿੱਚ 30 ਦਿਨ ਬਣਦੇ ਆ, ਕੋਈ ਮਹੀਨਾ 31 ਦਿਨਾਂ ਦਾ ਵੀ ਹੁੰਦਾ ਤੇ 7 ਦਿਨਾਂ ਦਾ ਹੀ ਜਿਹੜਾ ਆਪਣਾ ਕਨਸੈਪਟ ਚੱਲਦਾ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਐਤਵਾਰ ਤੱਕ। ਠੀਕ ਹੈ ਜੀ। ਤੇ ਉਦੋਂ ਬਾਅਦ ਫਿਰ ਮਹੀਨੇ ਦੇ ਵਿੱਚ 4 ਹਫ਼ਤੇ ਬਣ ਜਾਂਦੇ ਆ ਤੇ ਫਿਰ 12 ਮਹੀਨਿਆਂ ਦਾ ਜਿਹੜਾ ਇੱਕ ਸਾਲ ਬਣ ਜਾਂਦਾ। ਤੇ ਇਹ ਬਿਲਕੁਲ ਇਸੇ ਤਰੀਕੇ ਨਾਲ ਚੱਲਦੇ ਆ। ਤੇ ਫਰਕ ਜੇ ਮੈਂ ਤੁਹਾਨੂੰ ਕਹਾਂ ਵੀ ਆਪਣਾ ਤੇ ਇਹਨਾਂ ਦਾ ਫਰਕ ਕੀ ਆ, ਫਰਕ ਇਹ ਆ ਵੀ ਜਿਹੜਾ ਅੰਗਰੇਜ਼ੀ ਕੈਲੰਡਰ ਇਸ ਵਕਤ ਚੱਲ ਰਿਹਾ, ਇਹ ਹੁਣ ਸਾਰੀ ਸੰਸਾਰ ਨੇ ਐਕਸੈਪਟ ਕਰ ਲਿਆ, ਪਰ ਜਦੋਂ ਇਹ ਕੈਲੰਡਰ ਬਣਾਇਆ ਗਿਆ ਸੀ ਸਾਰਿਆਂ ਨੇ ਇਹਨੂੰ ਐਕਸੈਪਟ ਨਹੀਂ ਸੀ ਕੀਤਾ। ਸਾਡਾ ਤੇ ਇਹਨਾਂ ਦਾ ਫਰਕ ਕੀ ਹੈ? ਕਿਉਂਕਿ ਅੱਜ ਕੁਐਸਚਨ ਫਿਰ ਇਹ ਬਣ ਜਾਂਦਾ ਵੀ ਆਪਾਂ ਇਹਨਾਂ ਦੇ ਨਾਲ ਕਾਹਤੋਂ ਨਹੀਂ ਚੱਲਦੇ, ਜਾਂ ਅੰਗਰੇਜ਼ੀ ਕੈਲੰਡਰ ਦੇ ਨਾਲੋਂ ਅਸੀਂ ਕਾਹਦੇ ਅੱਗੇ ਪਿੱਛੇ ਚੱਲਦੇ ਹਾਂ। ਜਿਹੜਾ ਅੰਗਰੇਜ਼ੀ ਕੈਲੰਡਰ ਆ ਭਾਈ ਸੰਦੀਪ ਸਿੰਘ ਜੀ, ਦੇਸੀ ਕੈਲੰਡਰ ਤੋਂ 57 ਸਾਲ ਪਿੱਛੇ ਚੱਲਦਾ। ਜਿਹੜਾ ਅੰਗਰੇਜ਼ੀ 57 ਸਾਲ ਪਿੱਛੇ ਚੱਲਦਾ, 57 ਸਾਲ ਪਿੱਛੇ ਚੱਲਦਾ। ਇਹ ਕਿਉਂ ਫਰਕ ਹੈ ਜੀ? ਇਹ ਕਿਉਂਕਿ ਇਹਨਾਂ ਦੇ ਕੈਲੰਡਰ ਦੀ ਵੰਡ ਜਿਹੜੀ ਆ ਉਹਦੇ ਕਰਕੇ ਇਹ ਫਰਕ ਆ। ਅਸੀਂ 57 ਸਾਲ ਅੱਗੇ ਚੱਲ ਰਹੇ ਹਾਂ, ਇਹਨਾਂ ਦਾ ਕੈਲੰਡਰ ਸਾਡੇ ਤੋਂ 57 ਸਾਲ ਪਿੱਛੇ ਚੱਲ ਰਿਹਾ ਜੀ। ਇਹ ਕੁਝ ਟਾਈਮ ਕਵਰ ਵੀ ਹੁੰਦਾ, ਕੁਝ ਟਾਈਮ ਬਾਅਦ ਵਜਾ ਇਹਨੇ ਕਵਰ ਨਹੀਂ ਹੁੰਦਾ ਜੀ, ਇਹ ਡਿਫਰੈਂਸ ਰਹਿਣਾ। ਤੇ ਇਹ ਡਿਫਰੈਂਸ ਮੈਂ ਤੁਹਾਡੀ ਨੌਲੇਜ 'ਚ ਥੋੜਾ ਜਿਹਾ ਵਾਧਾ ਕਰ ਦਿਆਂ ਵੀ ਅੰਗਰੇਜ਼ੀ ਕੈਲੰਡਰ ਨੂੰ ਜੇ ਤੁਸੀਂ ਫੋਲੋ ਅਪ ਕਰੋਗੇ ਤੇ ਸ਼ਾਇਦ ਤੁਸੀਂ ਕਿਤੇ ਨਾਮ ਸੁਣਿਆ ਹੋਵੇ ਰੋਮਨ ਅੰਪਾਇਰ ਜੀ। ਜਿਹਨੇ ਰੋਮਨ ਸੰਸਾਰ ਤੇ ਆਏ ਤੇ ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ। ਤੇ ਜਿਹੜੇ ਰੋਮਨ ਅੰਪਾਇਰ ਸੀਗੇ, ਜੀਸਸ ਕ੍ਰਾਈਸਟ ਦੇ ਜੰਮਣ ਤੋਂ ਤਕਰੀਬਨ 45 ਸਾਲ ਪਹਿਲਾਂ ਉਹਨਾਂ ਨੇ ਇਹ ਕੈਲੰਡਰ ਸ਼ੁਰੂ ਕੀਤਾ ਸੀ ਜੀ, ਦਿਨਾਂ ਦੇ ਵੰਡ ਦਾ। ਤੇ ਤੁਹਾਨੂੰ ਹੈਰਾਨੀ ਹੋਊਗੀ ਵੀ ਉਹ ਕੈਲੰਡਰ ਦੇ ਵਿੱਚ 10 ਮਹੀਨੇ ਹੁੰਦੇ ਸੀ, 12 ਮਹੀਨਿਆਂ ਦਾ ਸਾਲ ਨਹੀਂ ਸੀ। ਅੱਛਾ, 10 ਮਹੀਨਿਆਂ ਦਾ ਪਹਿਲਾਂ ਜਿਹੜਾ ਹੁੰਦਾ ਸੀ ਸਾਲ, ਤੇ ਇਹ ਫਿਰ 10 ਮਹੀਨੇ ਦਾ ਸਾਲ ਹੁੰਦਾ ਸੀ। ਤੇ ਸਾਲ ਦੇ ਜਿਹੜੇ ਦਿਨ ਸੀਗੇ ਉਹ ਵੀ 365 ਨਹੀਂ ਸੀਗੇ। ਫਿਰ ਉਹ ਫਿਰ ਆਊਟ 60 ਦਿਨ ਘੱਟ ਹੋਣਗੇ ਫਿਰ।
ਠੀਕ ਹੈ ਜੀ। ਦਿਨ ਘੱਟ ਸੀਗੇ ਤੇ ਉਹ ਦਿਨਾਂ ਦੀ ਗਿਣਤੀ ਜਿਹੜੀ ਸੀ ਐਕੂਰੇਟ ਨਹੀਂ ਸੀ, ਵੱਧਦੀ ਘਟਦੀ ਰਹਿੰਦੀ ਸੀ। ਤੇ ਉਹਦੇ ਵਿੱਚ ਜਦੋਂ ਫਿਰ ਇਹ ਕੈਲੰਡਰ ਬਣਾਇਆ ਗਿਆ ਤੇ ਉਹਦੇ ਵਿੱਚ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਜਿਹੜੇ 12 ਮਹੀਨਿਆਂ ਦੇ ਨਾਂ ਆ, ਉਹ ਨਾਵਾਂ ਤੇ ਆਪਾਂ ਕਦੇ ਵਿਚਾਰ ਨਹੀਂ ਕੀਤੀ। ਉਹਨਾਂ ਨੇ ਆਪਦੇ ਦੇਵਤਿਆਂ ਦੇ ਨਾਮ ਦੇ ਉੱਪਰ ਇਹ ਨਾਂ ਰੱਖੇ ਸੀ। ਉਹਨਾਂ ਦਾ ਇੱਕ ਧਾਰਮਿਕ ਕੈਲੰਡਰ ਸੀ ਇਹ ਜਿਹੜੇ ਤੁਸੀਂ ਨਾਂ ਦੱਸੇ ਹੁਣ ਮਹੀਨੇ। ਜੀ ਬਿਲਕੁਲ। ਤੇ ਉਹਨਾਂ ਦਾ ਮਤਲਬ ਆ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਉਹਨਾਂ ਦੀ ਥਿਊਰੀ ਆ। ਤੇ ਜੇ ਆਪਾਂ ਉਹਨੂੰ ਛੋਟੇ ਲਫ਼ਜ਼ਾਂ 'ਚ ਬਿਆਨ ਕਰਨਾ ਹੋਵੇ ਵੀ ਜੇ ਆਪਾਂ ਜਨਵਰੀ ਦੀ ਗੱਲ ਕਰਦੇ ਹਾਂ, ਸੋ ਜਨਵਰੀ ਦੇ ਵਿੱਚ ਰੋਮਨ ਜਿਹੜੇ ਲੋਕ ਸੀ ਉਹਨਾਂ ਨੂੰ ਮੰਨਣ ਵਾਲਿਆਂ ਦਾ ਇੱਕ ਦੇਵਤਾ ਹੋਇਆ ਜਿਹਨੂੰ ਰੋਮਨ ਗੋਡ ਕਹਿੰਦੇ ਆ, ਗੋਡ ਵਿਦ 2 ਫੇਸਿਸ, ਵੀ ਜਿਹਦੇ 2 ਮੂੰਹ ਆ, ਇੱਕ ਅੱਗੇ ਤੇ ਇੱਕ ਪਿੱਛੇ। ਤੇ ਉਹ ਕਹਿੰਦੇ ਸੀ ਵੀ ਇਹ ਅਗਾਂਹ ਵੀ ਦੇਖ ਸਕਦਾ ਜਿਹੜਾ ਸਾਡਾ ਆਉਣ ਵਾਲਾ ਟਾਈਮ ਆ, ਤੇ ਜਿਹੜਾ ਪਿੱਛੇ ਬੀਤ ਚੁੱਕਾ ਇਹ ਵੀ ਟਾਈਮ ਦੇ ਸਕਦਾ। ਗੋਡ ਆਫ ਰੋਮਨ ਗੋਡ ਆਫ ਜੈਨੋ ਸੌਰੀ ਜਨਵਰੀ ਦਾ ਜਿਹੜਾ ਨਾਮ ਹੈ ਉਹ ਜੈਨੋ ਤੋਂ ਆਇਆ। ਅੱਛਾ ਜੀ। ਵੀ ਜਿਹੜਾ ਅਗਲਾ ਤੇ ਪਿਛਲਾ ਦੇਖ ਸਕਦਾ, ਅਗਲਾ ਵੀ ਮਤਲਬ ਪਿਛਲਾ ਵੀ ਉਹਨੂੰ ਚੇਤਾ ਆ ਤੇ ਚਲੋ ਅਗਲਾ ਵੀ ਇਹਦਾ। ਤੇ ਇਸੇ ਕਰਕੇ ਜਨਵਰੀ ਨੂੰ ਜਿਹੜਾ ਕੈਲੰਡਰ ਦਾ ਪਹਿਲਾ ਮਹੀਨਾ ਬਣਾਇਆ ਗਿਆ ਵੀ ਜਿਹੜਾ ਸਾਲ ਦੇ ਐਂਡ ਤੇ ਵੀ ਉਹ ਦੇਖ ਸਕਦਾ ਤੇ ਸ਼ੁਰੂਆਤ ਤੇ ਵੀ ਦੇਖ ਸਕਦਾ। ਠੀਕ ਹੈ ਜੀ। ਉਦੋਂ ਬਾਅਦ ਆ ਜਾਂਦਾ ਫਰਵਰੀ, ਤੇ ਉੱਥੇ ਇੱਕ ਹੈਗਾ ਇਹਨਾਂ ਦਾ ਫੈਸਟੀਵਲ ਮਨਾਇਆ ਜਾਂਦਾ ਆ, ਫੈਸਟੀਵਲ ਆਫ ਪਿਉਰੀਫਿਕੇਸ਼ਨ, ਫੈਬਰੂਆ ਜੀ। ਉਹਦੇ ਨਾਮ ਦੇ ਉੱਪਰ ਫਰਵਰੀ ਮਹੀਨੇ ਦਾ ਨਾਮ ਰੱਖਿਆ ਗਿਆ। ਮਾਰਚ ਦੇ ਮਹੀਨੇ ਦਾ ਨਾਮ ਹੈ ਲਾਰਡ ਆਫ ਮਾਰਸ, ਲੜਾਈ ਦਾ ਦੇਵਤਾ। ਜਿਵੇਂ ਆਪਾਂ ਕਹਿੰਦੇ ਵੀ ਕਾਲੀ ਮਾਤਾ, ਚੰਡੀ ਮਾਤਾ ਦੁਸ਼ਟਾਂ ਦਾ ਨਾਸ਼ ਕਰਦੀ ਹਿੰਦੂ ਮਤ ਦੀ ਮਾਨਤਾ, ਤੇ ਇਹਨਾਂ ਦਾ ਦੇਵਤਾ ਆ ਮਾਰਸ, ਜਿਹਦੇ ਨਾਮ ਤੋਂ ਮਾਰਚ ਰੱਖਿਆ ਗਿਆ, ਲਾਰਡ ਆਫ ਮਾਰਸ। ਠੀਕ ਹੈ ਜੀ। ਅਪ੍ਰੈਲ ਦਾ ਮਹੀਨਾ ਆਉਂਦਾ ਅਪ੍ਰੀਨ ਤੋਂ, ਜਿੱਥੇ ਆਉਂਦਾ ਜਿਵੇਂ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਵੀ ਨਵਾਂ ਪੁੰਗਰ ਦਾ ਜਦੋਂ ਜੀ, ਜੇ ਉਹਨੂੰ ਕਿਹਾ ਜਾਂਦਾ ਜੀ, ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਮੰਨ ਲਈਏ ਵੀ ਜਿਹੜਾ ਅਪ੍ਰੈਲ ਦਾ ਮਹੀਨਾ ਆ ਸਪ੍ਰਿੰਗ, ਜਦੋਂ ਨਵੇਂ ਪੱਤੇ ਨਿਕਲਦੇ ਆ ਜੀ, ਉਸ ਵੇਲੇ ਐਪਰੀਨ ਦੇ ਨਾਂ ਤੋਂ ਅਪ੍ਰੈਲ ਆ ਗਿਆ ਜੀ। ਤੇ ਉਦੋਂ ਅੱਗੇ ਜਾ ਕੇ ਮਈ ਦਾ ਮਹੀਨਾ ਆ ਜਾਂਦਾ, ਤੇ ਇਹ ਹੈਗਾ ਜੀ ਗ੍ਰੀਕ ਗੋਡ, ਉਹਦਾ ਨਾਂ ਹੈਗਾ ਮਾਇਆ। ਮਾਇਆ ਦਾ ਗ੍ਰੀਕ ਮੰਨਣ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਗੋਡ ਆ ਮਾਇਆ, ਉਹਦੇ ਨਾਮ ਤੋਂ ਜਿਹੜਾ ਮਈ ਦਾ ਮਹੀਨਾ ਆ ਗਿਆ। ਤੇ ਉਦੋਂ ਅੱਗੇ ਚੱਲ ਕੇ ਜੇ ਆਪਾਂ ਜੂਨ ਦੀ ਗੱਲ ਕਰੀਏ ਤੇ ਮੰਥ ਆਫ ਜੂਨ ਹੈਗਾ ਜੂਨਾ ਦੇ ਨਾਮ ਤੇ, ਉਹ ਰੋਮਨਸ ਦਾ ਤੇ ਗ੍ਰੀਕ ਦਾ ਸਾਂਝਾ ਦੇਵਤਾ ਆ, ਜਿਹੜੇ ਦੋਨੇ ਉਹਦੀ ਮਾਨਤਾ ਕਰਦੇ ਆ, ਉਹਨਾਂ ਦੇ ਨਾਂ ਤੇ ਆਉਂਦਾ। ਤੇ ਉਦੋਂ ਬਾਅਦ ਫਿਰ ਭਾਈ ਸੰਦੀਪ ਸਿੰਘ ਜੀ ਤੁਸੀਂ ਹੈਰਾਨ ਹੋਣਾ, ਜਦੋਂ ਇਹ ਕੈਲੰਡਰ ਬਣਾਇਆ ਗਿਆ ਸੀ ਜੂਨ ਦੇ ਮਹੀਨੇ ਤੋਂ ਬਾਅਦ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ ਨਹੀਂ ਸੀ ਗਿਣੇ ਜਾਂਦੇ। ਅੱਛਾ ਜੀ। ਸਿੱਧਾ ਹੀ ਸਤੰਬਰ ਤੇ ਚੱਲ ਜਾਂਦਾ, ਸਿੱਧਾ ਸਤੰਬਰ ਤੇ ਜਾਂਦਾ ਸੀ, ਅਕਤੂਬਰ, ਨਵੰਬਰ ਤੇ ਦਸੰਬਰ। ਤੇ ਜਿਹੜੀ ਇਹ ਬੋਲੀ ਵਰਤਦੇ ਸੀ ਉਹ ਸੀਗੀ ਲੈਟਨ ਬੋਲੀ, ਤੇ ਲੈਟਨ ਬੋਲੀ ਦੇ ਵਿੱਚੋਂ ਸਤੰਬਰ, ਅਕਤੂਬਰ, ਨਵੰਬਰ ਤੇ ਦਸੰਬਰ ਇਹ ਅੱਖਰਾਂ ਦੇ ਨਾਂ ਆ। ਸਤੰਬਰ ਸਪਟੈਮੋ, ਅਕਤੂਬਰ ਔਕਟੋ, ਨਵੰਬਰ ਨੂੰ ਐਮਓ ਤੇ ਦਸੰਬਰ ਡਿਸੈਮੋ। ਸੋ ਉਹਦਾ ਮਤਲਬ ਬਣਦਾ 7, 8, 9 ਤੇ 10 ਜਿਹੜੇ ਮਤਲਬ ਐਂਡ ਦੇ ਮਹੀਨੇ ਰਹਿ ਗਏ 7, 8, ਸਤੰਬਰ, ਅਕਤੂਬਰ, ਨਵੰਬਰ ਤੇ ਦਸੰਬਰ ਜੀ। ਸੋ 10 ਮਹੀਨਿਆਂ ਦਾ ਸਾਲ ਸੀਗਾ। ਤੇ ਲੌਂਗ ਵਿੰਟਰ ਦੇ ਨਾਮ ਦੇ ਉੱਪਰ ਬਾਕੀ ਦੇ ਸਾਰੇ ਦਿਨ ਛੱਡ ਦਿੱਤੇ ਜਾਂਦੇ ਸੀ ਵੀ ਜਿੰਨਾ ਚਿਰ ਠੰਡ ਰਹਿਣੀ ਆ ਉਹ ਦਿਨ ਗਿਣੇ ਹੀ ਨਹੀਂ ਜਾਣੇ। ਤੇ ਇਹ ਜਿਹੜੇ 2 ਮਹੀਨੇ ਤੁਸੀਂ ਆਪਾਂ ਬਾਅਦ ਚ ਐਡ ਕੀਤੇ, ਇਹ ਫਿਰ ਕਿਦਾਂ ਹੋਏ? ਇਹ ਰੋਮਨ ਅੰਪਾਇਰ ਹੋਇਆ ਜੀ, ਜੂਲੀਅਸ ਸੀਜ਼ਰ ਬਹੁਤ ਵੱਡਾ ਇੱਕ ਉੱਥੇ ਦਾ ਕਹਿ ਲਓ ਵੀ ਡਿਕਟੇਟਰ ਹੋਇਆ। ਤੇ ਜਦੋਂ ਉਹ ਪਾਵਰ ਦੇ ਵਿੱਚ ਆਇਆ ਤੇ ਉਹਨੇ ਇਸ ਕੈਲੰਡਰ ਨੂੰ ਆਪਣੇ ਨਾਮ ਤੇ ਕੀਤਾ, ਤੇ ਜੂਲੀਅਸ ਸੀਜ਼ਰ ਦੇ ਨਾਮ ਤੋਂ ਜੁਲਾਈ ਦਾ ਮਹੀਨਾ ਉਹਨੇ ਇਹਦੇ ਵਿੱਚ ਐਡ ਕਰ ਦਿੱਤਾ। ਅੱਛਾ ਜੀ। ਮਤਲਬ ਗੱਬੇ ਜੋੜਿਆ, ਐਂਡ ਤੇ ਨਹੀਂ ਜੋੜਿਆ ਜੀ। ਨਹੀਂ, ਵਿੱਚ ਐਂਡ ਤੇ ਨਹੀਂ ਜੋੜਿਆ, ਕਿਉਂਕਿ ਜੇ ਫਿਰ ਆਪਾਂ ਜਨਵਰੀ ਦੀ ਗੱਲ ਕਰਦੇ ਹਾਂ ਵੀ ਗੋਡ ਵਿਦ 2 ਫੇਸਿਸ, ਫਿਰ ਉਹ ਸਾਰੀ ਤਰਤੀਬ ਬਦਲਦੀ ਆ। ਇਸ ਕਰਕੇ ਜੂਲੀਅਸ ਸੀਜ਼ਰ ਨੇ ਆਪਣੇ ਨਾਮ ਵਿੱਚ ਪਾ ਦਿੱਤਾ। ਤੇ ਜੂਲੀਅਸ ਸੀਜ਼ਰ ਦੀ ਮੌਤ ਤੋਂ ਬਾਅਦ ਅੰਪਰਾ ਬੈਠਾ ਆ ਜਿਹੜਾ ਅਗਸਟਸ। ਹਾਂਜੀ। ਅਗਸਟਸ ਸੀਜ਼ਰ ਜਦੋਂ ਆਇਆ ਤੇ ਉਹਨੇ ਜੂਲੀਅਸ ਦੀ ਤਰਜ਼ ਤੇ ਜਦੋਂ ਉਹ ਗੱਦੀ ਤੇ ਬੈਠਾ ਤੇ ਉਹਨੇ ਆਪਦੇ ਨਾਮ ਤੋਂ 1 ਮਹੀਨਾ ਵਿੱਚ ਉਹਨੇ ਐਡ ਕਰ ਦਿੱਤਾ ਜੀ, ਅਗਸਤ ਦਾ। ਸੋ ਇਹ 2 ਮਹੀਨੇ ਵਿੱਚ ਐਡ ਕਰਕੇ ਜਿਹੜਾ ਸਾਲ ਨੂੰ 12 ਮਹੀਨਿਆਂ ਦਾ ਸਾਲ ਬਣਾ ਦਿੱਤਾ ਗਿਆ। ਤੇ ਇਹ ਸਾਰੀ ਇਨਫੋਰਮੇਸ਼ਨ ਅੱਜ ਦੇ ਬੱਚੇ ਜਾਂ ਤੁਹਾਡੀ ਸੰਗਤ ਜਿਹੜੇ ਕੰਪਿਊਟਰ ਦੇ ਵਾਲੇ ਮਾਹਰ ਆ, ਤੁਸੀਂ ਗੂਗਲ ਤੇ ਜਾ ਕੇ ਇੰਟਰਨੈਟ ਤੇ ਜਾ ਕੇ ਸਰਚ ਕਰੋਗੇ ਤੇ ਤੁਹਾਨੂੰ ਸਾਰੇ ਵਿਦ ਪ੍ਰੂਫ ਇਹਦੀ ਡਿਟੇਲ ਮਿਲ ਜਾਏਗੀ। ਬਿਲਕੁਲ ਜੀ। ਇਹ ਬਹੁਤ ਡੂੰਘੀਆਂ ਗੱਲਾਂ ਨੇ, ਜਿੱਦਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ। ਭਾਈ ਬੀਬਲ ਸਿੰਘ ਉਹਨਾਂ ਨੇ ਇੱਕ ਜਿਹੜਾ ਮਤਲਬ ਅੱਖਾਂ ਖੋਲ੍ਹਣ ਵਾਲੀ ਗੱਲ ਆ ਕਿ ਅਸੀਂ ਕੀ ਕਰਦੇ ਫਿਰਦੇ ਆ ਤੇ ਅਸਲੀ ਸਾਡਾ ਜੀਵਨ ਦਾ ਸਿਧਾਂਤ ਕੀ ਆ। ਕਿਉਂਕਿ ਇਹ ਅੱਜ ਕੱਲ੍ਹ ਲੱਚਰਪੁਣਾ ਦੇਖਣਾ ਸਾਰਿਆਂ ਤੋਂ ਵੱਧ ਜਿਹੜਾ ਉਹ ਪਸੰਦ ਕੀਤਾ ਜਾਂਦਾ, ਕਿਉਂਕਿ ਜਿਸ ਹਿਸਾਬ ਨਾਲ ਦੁਨੀਆਦਾਰੀ ਦੇ ਹਾਲਾਤ ਬਣ ਚੁੱਕੇ ਨੇ। ਪਰ ਜਿਸ ਹਿਸਾਬ ਨਾਲ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਸਿਧਾਂਤਾਂ ਉੱਤੇ ਚੱਲਣਾ, ਸਾਡੇ ਅਸਲੀ ਚੇਤ ਮਹੀਨੇ ਦੀ ਸ਼ੁਰੂਆਤ, ਨਵੇਂ ਸਾਲ ਦੀ ਜਾਣੀ ਕਿ ਸ਼ੁਰੂਆਤ 14 ਤਰੀਕ ਨੂੰ ਹੋਣ ਜਾ ਰਹੀ ਹੈ ਨਾ। ਜਾਣੀ ਕਿ ਅਗਲੇ ਦੇਖਿਆ ਜਾਵੇ, ਅਗਲਾ ਸ਼ਾਇਦ ਅੱਜ ਸ਼ੁੱਕਰਵਾਰ ਆ, ਫਰਾਈਡੇ, ਅਗਲੇ ਸ਼ੁੱਕਰਵਾਰ ਨੂੰ ਜਿਹੜੀ ਆ ਰਾਤ ਨੂੰ ਜਿਹੜਾ ਨਵਾਂ ਸਾਲ ਚੜ੍ਹਨਾ।
ਵਕੀਲ ਸਾਹਿਬ ਜੀ ਜਿਹੜਾ ਤੁਸੀਂ ਇਹਨਾਂ ਹੁਣ ਮਹੀਨਿਆਂ ਦੀ ਦੱਸੀ ਆ ਵੀ ਕਿਉਂ ਇਹਦੇ ਆਪਣੇ ਦੇਸੀ ਮਹੀਨਿਆਂ ਬਾਰੇ ਵੀ ਇਹਦਾ ਜਾਣਕਾਰੀ ਜ਼ਰੂਰ ਉਹਦੇ ਬਾਰੇ ਆਪਣੇ ਕੋਲ ਡਿਟੇਲ ਦੇ ਵਿੱਚ ਪ੍ਰੋਗਰਾਮ ਫਿਰ ਆਪਾਂ ਨੂੰ 2-3 ਭਾਈ ਸੰਦੀਪ ਸਿੰਘ ਜੀ ਕਰਨੇ ਪੈਣੇ ਆ, ਕਿਉਂਕਿ ਉਹਦੇ ਵਿੱਚ ਸਰੋਤਾਂ ਦਾ ਤੇ ਸਾਰਿਆਂ ਦਾ ਵੇਰਵਾ ਆਪਾਂ ਨੂੰ ਦੇਣਾ ਪਵੇਗਾ। ਤੇ ਮੈਂ ਚਾਹਾਂਗਾ ਵੀ ਆਪਾਂ ਫਿਰ ਗੁਰਮਤਿ ਦਾ ਜਿਹੜਾ ਕੈਲੰਡਰ ਆ ਉਹਦੇ ਤੇ ਇੱਕ ਇਸ਼ੂ ਤੇ ਆਪਾਂ ਵੱਖਰਾ ਜਿਹੜਾ ਪ੍ਰੋਗਰਾਮ ਕਰਾਂਗੇ ਤੇ ਮੈਂ ਤੁਹਾਨੂੰ ਡਿਟੇਲ 'ਚ ਉਹਦੇ ਤੇ ਜਾਣਕਾਰੀ ਦੇ ਦੇਣਾ ਵੀ, ਕਿਉਂਕਿ 12 ਮਹੀਨਿਆਂ ਦੀ ਜਿਹੜੀ ਕਥਾ ਆ ਬਹੁਤ ਲੰਬਾ ਕਨਸੈਪਟ ਆਪਣੇ ਕੋਲ ਬਣ ਜਾਂਦਾ ਤੇ ਆਪਣੇ ਕੋਲ ਐਵੀਡੈਂਸ ਸਾਰੇ ਹੈਗੇ। ਪਰ ਸਿਰਫ ਅੱਜ ਦਾ ਜਿਹੜਾ ਮੈਂ ਤੁਹਾਨੂੰ ਤਾਂ ਇਹਦੇ ਬਾਰੇ ਜਾਣਕਾਰੀ ਦਿੱਤੀ ਵੀ ਸਾਡੇ ਮਨ ਦੇ ਵਿੱਚ ਇਹ ਗੱਲ ਰਹਿੰਦੀ ਆ ਵੀ ਅਸੀਂ ਇਸ ਕੈਲੰਡਰ ਦੇ ਨਾਲ ਰਲਦੇ ਕਿਉਂ ਨਹੀਂ, ਵੀ ਇਹ ਕੈਲੰਡਰ ਕਾਹਤੇ ਵੱਖਰਾ ਚੱਲਦਾ ਤੇ ਅਸੀਂ ਕਾਹਤੇ ਵੱਖਰਾ ਚੱਲਦੇ। ਤੇ ਤੁਹਾਨੂੰ ਬੜੀ ਹੈਰਾਨੀ ਹੋਊਗੀ ਸੋਚ ਕੇ ਵੀ 1752 ਤੱਕ ਇੰਗਲੈਂਡ ਨੇ ਵੀ ਇਹ ਕੈਲੰਡਰ ਐਕਸੈਪਟ ਨਹੀਂ ਸੀ ਕੀਤਾ। ਇਹ ਜਿਹੜਾ ਸੀਗਾ ਅੰਗਰੇਜ਼ੀ ਕੈਲੰਡਰ ਜਿਹੜਾ ਹੁਣ ਚੱਲ ਰਿਹਾ 1752 ਦੇ ਵਿੱਚ ਆਣ ਕੇ ਇੰਗਲੈਂਡ ਨੇ ਇਸ ਕੈਲੰਡਰ ਨੂੰ ਐਕਸੈਪਟ ਕੀਤਾ। ਤੇ 1752 ਤੋਂ ਪਹਿਲਾਂ 282 ਦਿਨਾਂ ਦਾ ਸਾਲ ਹੁੰਦਾ ਸੀ, 365 ਦਿਨ ਦਾ ਸਾਲ ਨਹੀਂ ਸੀ। ਇਹ ਮਤਲਬ ਇਹ ਸਾਰੀ ਜਾਣਕਾਰੀ ਪਈ ਹੈ ਜੀ ਗੂਗਲ ਤੇ? ਬਿਲਕੁਲ ਤੁਹਾਨੂੰ ਮਿਲ ਜਾਏਗੀ। ਤੇ 365 ਦਿਨਾਂ ਦਾ ਸਾਲ ਫੇਰ ਬਣਾਇਆ ਗਿਆ, ਮਹੀਨਿਆਂ ਦੀ ਵੱਢ ਟੁੱਕ ਕੀਤੀ ਗਈ। ਤੇ ਤੁਸੀਂ ਹੈਰਾਨ ਹੋਣੇ ਆ ਵੀ ਪਹਿਲਾਂ ਚੱਲਦਾ ਸੀ ਜਿਹਨੂੰ ਲੂਨਰ ਕੈਲੰਡਰ ਕਹਿੰਦੇ ਸੀ ਜਾਂ ਜੂਲੀਅਨ ਕੈਲੰਡਰ ਕਹਿ ਦਿੰਦੇ ਸੀ, ਜੂਲੀਅਸ ਸੀਜ਼ਰ ਨੇ ਇਹਨੂੰ ਬਣਾਇਆ ਸੀ। ਤੇ ਫਿਰ ਪੋਪ ਗੈਗੋਰੀ ਹੋਏ ਆ ਜਿਹੜੇ ਕ੍ਰਿਸਚਨ ਮਤ ਦੇ, ਜਿਵੇਂ ਆਪਾਂ ਕਹਿੰਦੇ ਵੀ ਸਾਡੇ ਜਥੇਦਾਰ ਹੁੰਦੇ ਆ, ਪੋਪ ਗੈਗੋਰੀ ਨੇ ਇਸ ਕੈਲੰਡਰ ਦੀ ਵੱਢ ਟੁੱਕ ਕਰਕੇ 1752 ਚ ਇਹਨੂੰ ਦੁਬਾਰਾ ਲਾਗੂ ਕੀਤਾ, ਜਿਹਨੂੰ ਇੰਗਲੈਂਡ ਨੇ ਐਕਸੈਪਟ ਕੀਤਾ। ਤੇ ਉਹਨਾਂ ਨੇ ਫਿਰ ਕੀ ਕੀਤਾ, ਇੱਕ ਮਹੀਨੇ ਦੇ ਵਿੱਚੋਂ 11 ਦਿਨ ਬਿਲਕੁਲ ਟੋਟਲ ਮਾਈਨਸ ਕਰ ਦਿੱਤੇ। ਅੱਛਾ ਜੀ। ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤੇ ਅਕਤੂਬਰ ਦਾ ਹੀ ਮਹੀਨਾ ਸੀਗਾ, ਜਿਹੜੀ 4 ਤਰੀਕ ਤੋਂ ਬਾਅਦ ਸਿੱਧੀ ਜਿਹੜੀ ਆ ਉਹ 11 ਦਿਨ ਦਾ ਜੰਪ ਮਾਰ ਕੇ ਤੇ ਤੁਸੀਂ ਹਿਸਾਬ ਲਾ ਲਓ ਵੀ ਅੱਗੇ ਡੇਟ ਕਰ ਦਿੱਤੀ ਗਈ। 4 ਤੋਂ ਬਾਅਦ 5 ਤਰੀਕ ਨਹੀਂ ਆਈ, 11 ਦਿਨ ਅੱਗੇ ਪਾ ਦਿੱਤੇ ਗਏ, ਉਹ ਮਹੀਨੇ ਚੋਂ ਮਾਈਨਸ ਕਰ ਦਿੱਤੇ ਗਏ ਵੀ ਦਿਨਾਂ ਦੀ ਤਰਤੀਬ ਤੇ ਜਿਹੜਾ ਨੇਚਰ ਆਫ ਸਰਕਲ ਆ ਵੀ ਉਹ ਸਾਡਾ ਵਿੱਚ ਫਿੱਟ ਹੋ ਜਾਏ, ਕਿਸੇ ਤਰੀਕੇ ਨਾਲ ਬਹਿ ਜਾਏ। ਤੇ ਉਦੋਂ ਪਹਿਲਾਂ ਜਿਹੜਾ ਆਪਣਾ ਕੈਲੰਡਰ ਦੇਸੀ ਕੈਲੰਡਰ ਆ ਇਸ ਕੈਲੰਡਰ ਦੇ ਨਾਲ ਬਿਲਕੁਲ ਮੈਚ ਕਰਦਾ ਰਿਹਾ, ਕੋਈ ਬਹੁਤਾ ਫਰਕ ਨਹੀਂ ਸੀ। ਉਹ ਜਦੋਂ 11 ਦਿਨਾਂ ਦਾ ਜੰਪ ਮਾਰਿਆ ਗਿਆ ਤੇ ਸਾਡੀ ਸੰਗਰਾਂਦ ਸਿੱਧੀ 11 ਦਿਨ ਅੱਗੇ ਚਲੇ ਗਈ, ਜਿਹੜੀ ਸਾਨੂੰ ਅੱਜ ਇਹ ਕਨਫਲਿਕਟ ਰਹਿੰਦਾ ਵੀ ਅੰਗਰੇਜ਼ੀ ਮਹੀਨਾ ਤਾਂ 1 ਤਰੀਕ ਨੂੰ ਸ਼ੁਰੂ ਹੁੰਦਾ ਤੇ 12 ਜਾਂ 13 ਤਰੀਕ ਨੂੰ ਆਣ ਕੇ ਸਾਡੀ ਸੰਗਰਾਂਦ ਆ ਜਾਂਦੀ ਆ, ਵੀ ਅਸੀਂ ਕਾਹਦੇ ਨਹੀਂ ਇਹਨਾਂ ਨਾਲ ਰਲਦੇ। ਸੋ ਆਪਣਾ ਕਨਸੈਪਟ ਉੱਥੇ ਹੀ ਚੱਲ ਰਿਹਾ, ਬਿਕਰਮੀ ਸੰਮਤ ਤੇ ਚੱਲ ਰਿਹਾ। ਇਹਨਾਂ ਨੇ ਇਹ ਕੈਲੰਡਰ ਇੱਕ ਵਾਰੀ ਨਹੀਂ ਕੀਤਾ ਭਾਈ ਸੰਦੀਪ ਸਿੰਘ ਜੀ, ਬਹੁਤ ਵਾਰੀ ਕੱਟ ਵੱਢ ਹੋ ਚੁੱਕੀ ਆ ਤੇ ਅੱਗੇ ਵੀ ਕੋਈ ਗਾਰੰਟੀ ਨਹੀਂ ਵੀ ਇਹ ਕਰਨਗੇ ਜਾਂ ਨਹੀਂ ਕਰਨਗੇ। ਤੁਹਾਡੇ ਗਿਆਤ ਵਾਸਤੇ ਦੱਸ ਦਿਆਂ ਵੀ 1982 ਤੋਂ ਲੈ ਕੇ 1979 ਤੱਕ ਦਾ ਸਮਾਂ ਸੀਗਾ। ਇੱਥੋਂ ਦੀ ਇੱਕ, ਜੇ ਮੈਂ ਗਲਤ ਨਹੀਂ ਹੋਵਾਂ ਤੇ ਇੱਕ ਵਿਅਕਤੀ ਨੇ ਇੱਕ ਹੋਰ ਕੈਲੰਡਰ ਜਾਰੀ ਕਰਤਾ ਸੀ, ਇਹ ਅੰਗਰੇਜ਼ੀ ਤੇ ਉਹਨੇ 13 ਮਹੀਨੇ ਬਣਾਤੇ ਸੀ। 13 ਮਹੀਨੇ ਬਣਾ ਕੇ ਤੇ ਉਹ ਕਹਿੰਦਾ ਹਰੇਕ ਮਹੀਨੇ ਦੇ 28 ਦਿਨ ਪੱਕੇ ਕਰ ਦਿਓ, ਮਤਲਬ 2-2 ਦਿਨ ਜਿਹੜੇ ਆ ਉਹ ਵੀ ਜੇ ਕੋਈ ਮਹੀਨਾ 30 ਦਾ ਜਾਂ 31 ਦਾ ਆਉਂਦਾ ਉਹਨੂੰ ਕੱਟ ਵੱਢ ਕਰਕੇ ਹਰ ਇੱਕ ਮਹੀਨਾ 28 ਦਿਨਾਂ ਦਾ ਕਰ ਦਿਓ ਤੇ 13 ਮਹੀਨਿਆਂ ਦਾ ਸਾਲ ਬਣਾ ਦਈਏ। ਤੇ ਉਹਦੀ ਸੋਚ ਇਹ ਸੀਗੀ ਵੀ ਜੇ 28 ਦਿਨਾਂ ਦਾ ਮਹੀਨਾ ਕਰਦੇ ਆ ਤੇ 4 ਹਫ਼ਤੇ ਬਣਨਗੇ ਤੇ ਹਰ ਇੱਕ ਤਰੀਕ ਨੂੰ ਇੱਕੋ ਹੀ ਦਿਨ ਆਇਆ ਕਰੇਗਾ। ਜਿਵੇਂ ਅੱਜ ਆਪਾਂ ਕਹੀਏ ਵੀ ਅੱਜ 1 ਤਰੀਕ ਨੂੰ ਐਤਵਾਰ ਆ ਤੇ ਅਗਲੇ ਮਹੀਨੇ ਜਾ ਕੇ ਜਿਹੜਾ ਉਹ ਦਿਨ ਬਦਲ ਜਾਣਾ, ਨਹੀਂ ਤੇ ਫਿਰ ਹਰ ਮਹੀਨੇ 1 ਤਰੀਕ ਨੂੰ ਐਤਵਾਰ ਹੀ ਆਇਆ ਕਰੂ। ਬਿਲਕੁਲ, ਵੀ ਤੁਹਾਨੂੰ ਬਾਰ-ਬਾਰ ਕੈਲੰਡਰ ਦੇਖਣ ਦੀ ਲੋੜ ਨਹੀਂ ਪੈਣੀ। ਤੇ ਉਹ ਜਿਹੜਾ ਕੈਲੰਡਰ ਸੀਗਾ, ਇੱਕ ਬਹੁਤ ਮਸ਼ਹੂਰ ਕੰਪਨੀ ਹੋਈ ਆ ਕੋਡੈਕ, ਜਿਨ੍ਹਾਂ ਦੇ ਕੈਮਰੇ ਬਹੁਤ ਚੱਲਦੇ ਹੁੰਦੇ ਸੀ, ਉਹਨਾਂ ਨੇ ਛਾਪਿਆ ਸੀ ਤੇ ਉਸ ਬੰਦੇ ਦੀ ਮੌਤ ਤੋਂ ਬਾਅਦ ਇਹਨੂੰ ਰਿਜੈਕਟ ਕਰ ਦਿੱਤਾ ਗਿਆ। ਸੋ ਇਹ ਇੱਕ ਕੈਲੰਡਰ ਨਹੀਂ ਹੈ ਭਾਈ ਸੰਦੀਪ ਸਿੰਘ ਜੀ, ਦੁਨੀਆ ਦੇ ਬਹੁਤ ਕੈਲੰਡਰ ਚੱਲਦੇ ਆ ਤੇ ਇਹ ਜਿਹੜਾ ਕੈਲੰਡਰ ਆ ਇਹਨੂੰ ਸਾਰੀ ਦੁਨੀਆ ਤੇ ਹੁਣ ਇਸ ਕਰਕੇ ਐਕਸੈਪਟ ਕੀਤਾ ਗਿਆ ਵੀ ਇੱਕ ਬਿਜ਼ਨਸ ਕੈਲੰਡਰ ਆ, ਜਿਹਨੂੰ ਸਾਂਝੇ ਰੂਪ ਦੇ ਵਿੱਚ ਸਾਰੇ ਵਰਤੀ ਜਾਂਦੇ ਆ। ਪਰ ਧਾਰਮਿਕ ਤਿਉਹਾਰ ਤੇ ਰਿਲੀਜੀਅਸ ਤਿਉਹਾਰ ਸਾਰਿਆਂ ਦੇ ਵੱਖੋ ਵੱਖਰੇ ਆ। ਹੈਰਾਨ ਹੋ ਜਾਓਗੇ ਤੁਸੀਂ, ਇਹਨਾਂ ਦੇ ਰਿਲੀਜੀਅਸ ਤਿਉਹਾਰ ਵੀ ਇਸ ਕੈਲੰਡਰ ਦੇ ਮੁਤਾਬਕ ਨਹੀਂ ਚੱਲਦੇ। ਵੈਸੇ ਦੇਖਿਆ ਜਾਏ 25 ਜਿਹੜੇ ਦਸੰਬਰ ਉਹ ਚੱਲਦੀ ਹੈ ਜੀ। 25 ਦਸੰਬਰ ਜਿਹੜੀ ਡੇਟ ਆ ਭਾਈ ਸੰਦੀਪ ਸਿੰਘ ਜੀ, ਉਹ ਮਿਥੀ ਹੋਈ ਡੇਟ ਆ। ਅਸਲ ਤਰੀਕ ਜਿਹੜੀ ਜੀਸਸ ਕ੍ਰਾਈਸਟ ਦੇ ਜਨਮ ਦਿਨ ਦੀ ਉਹ 25 ਦਸੰਬਰ ਨਹੀਂ ਗਈ। ਅੱਛਾ ਜੀ। ਉਹ ਗਰਮੀਆਂ ਦਾ ਮਹੀਨਾ ਹੈ। ਪਰ ਫਿਰ ਇਹ ਮਨਾਉਂਦੇ ਕਿਉਂ ਇਦਾਂ? ਕਿਉਂਕਿ ਉਸ ਮਹੀਨਿਆਂ ਦੇ ਵਿੱਚ ਠੰਡ ਹੁੰਦੀ ਸੀ। ਦਸੰਬਰ ਦਾ ਮਹੀਨਾ, ਜਨਵਰੀ ਦਾ ਮਹੀਨਾ ਜਿਹੜਾ ਸੀਗਾ, ਹੁਣ ਤੇ ਬਰਫ਼ ਘਟ ਗਈ, ਪਹਿਲਾਂ ਪੁਰਾਣੇ ਬਜ਼ੁਰਗ ਦੱਸਦੇ ਵੀ ਬਹੁਤ ਜ਼ਿਆਦਾ ਠੰਡ ਪੈ ਜਾਂਦੀ ਸੀ, ਕੰਮਕਾਰ ਠੱਪ ਸੀਗੇ। ਇਸ ਕਰਕੇ ਜਿਹੜਾ ਦਸੰਬਰ ਦਾ ਮਹੀਨਾ ਉਹ ਇੱਕ ਹੌਲੀਡੇ ਮੰਥ ਦੇ ਰੂਪ ਦੇ ਵਿੱਚ ਇਹਨਾਂ ਨੇ ਅਪਣਾ ਲਿਆ ਸੀ ਵੀ ਜਿਹੜੇ ਦਿਨ ਤਿਉਹਾਰ ਆ ਉਹ ਦਸੰਬਰ ਦੇ ਮਹੀਨੇ 'ਚ ਲੈ ਆਓ, ਲੋਕਾਂ ਨੂੰ ਕੰਮਾਂ ਤੋਂ ਵੀ ਛੁੱਟੀਆਂ ਤੇ ਠੰਡ ਦੇ ਵਿੱਚ ਵੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਉਹਨੂੰ ਮਨਾ ਲਿਆ ਜਾਵੇ। ਤੇ ਜਿਹਦੇ ਆਧਾਰ ਤੇ ਆਪਾਂ ਜੇ ਦੇਖੀਏ ਵੀ ਮਾਘੀ ਲੱਗਦੀ ਆ ਮੁਕਤਸਰ ਸਾਹਿਬ ਦੀ ਜੀ, ਸਿੱਖ ਪੰਥ ਮਾਘੀ ਦਾ ਜੋੜ ਮੇਲਾ ਮਨਾਉਂਦਾ 40 ਮੁਕਤਿਆਂ ਦੀ ਯਾਦ ਦੇ ਵਿੱਚ ਜੀ। ਤੇ ਉਹ ਵੀ ਮਾਘ ਦੇ ਮਹੀਨੇ, ਠੰਡ ਦੇ ਮਹੀਨੇ ਦੇ ਵਿੱਚ ਆਉਂਦੀ ਆ, ਜਿਹੜਾ ਇੱਕ ਪੰਥਕ ਫੈਸਲਾ, ਪਰ ਅਸਲ ਡੇਟ ਗਰਮੀਆਂ ਦੀ ਆ। ਅੱਛਾ, ਅਸਲੀ ਡੇਟ ਉਹ ਵੀ ਗਰਮੀਆਂ ਦੀ ਆ। ਕਿਉਂਕਿ ਜਦੋਂ ਆਪਾਂ ਇਹ ਇਤਿਹਾਸ ਪੜ੍ਹਦੇ ਆ ਵੀ ਪਾਣੀ ਦੀ ਢਾਬ ਤੇ ਸਿੰਘਾਂ ਨੇ ਕਬਜ਼ਾ ਕਰ ਲਿਆ ਤੇ ਗਰਮੀ ਦੇ ਵਿੱਚ ਪਾਣੀ ਦੇ ਦੁੱਖੋਂ ਜਿਹੜੀ ਮੁਗਲ ਫੌਜ ਨੂੰ ਪਿਛਾਂਹ ਕਦਮੀ ਜਾਣਾ ਪਿਆ ਤੇ ਮਾਘ ਦੇ ਮਹੀਨੇ ਤੇ ਠੰਡ ਹੁੰਦੀ ਆ। ਮਾਘ ਦੀ ਠੰਡ ਹੁੰਦੀ ਤੇ ਅਕਾਲ ਤਖਤ ਸਾਹਿਬ ਤੋਂ ਕੌਮ ਨੇ ਇਕੱਤਰ ਹੋ ਕੇ ਮਤਾ ਪਾ ਕੇ ਇਹ ਕੀਤਾ ਸੀ ਵੀ ਸਿੰਘਾਂ ਦੀ ਯਾਦ ਜਿਹੜੀ ਆ ਉਹ ਮਾਘੀ ਤੇ ਰੱਖ ਲਈ ਜਾਵੇ, ਮਾਘ ਦੀ ਸੰਗਰਾਂਦ ਤੇ ਰੱਖ ਲਈ ਜਾਵੇ। ਸੋ ਕਈ ਵਾਰੀ ਕਈ ਐਸੇ ਦਿਨ ਹੁੰਦੇ ਆ ਜਿਹੜੇ ਤੁਸੀਂ ਮਿਥ ਲੈਂਦੇ ਆ
ਪਰ ਅਸਲ ਤਰੀਕ ਉਹਨਾਂ ਦੀ ਹੁੰਦੀ ਨਹੀਂ। ਤੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਈਸਟਰ ਜਿਹੜਾ ਮਨਾਇਆ ਜਾਂਦਾ ਇੰਗਲੈਂਡ ਦੇ ਵਿੱਚ ਉਹ ਵੀ ਹਰ ਸਾਲ ਕਦੇ ਮਾਰਚ ਦੇ ਵਿੱਚ ਆਉਂਦਾ, ਕਦੇ ਅਪ੍ਰੈਲ ਦੇ ਵਿੱਚ ਆਉਂਦਾ। ਉਹ ਵੀ ਇੱਕ ਡੇਟ ਪੱਕੀ ਫਿਕਸ ਨਹੀਂ ਕਰਦੇ, ਕਿਉਂਕਿ ਈਸਟਰ ਉਹ ਵੀ ਚੰਦਰਮਾ ਦੇ ਅਕੋਰਡਿੰਗਲੀ ਕੱਢਦੇ ਆ ਤੇ ਕੈਲੰਡਰ ਸੂਰਜੀ ਚੱਲਦਾ। ਤੇ ਜਿਹੜਾ ਸਾਡਾ ਕਨਫਲਿਕਟ ਹੋ ਰਿਹਾ ਵੀ ਅਸੀਂ ਬਦਲ ਲਈਏ, ਅਸੀਂ ਤੇ ਪਹਿਲਾਂ ਤੋਂ ਆਪਣੀ ਜਗ੍ਹਾ ਤੇ ਜਿੱਥੇ ਸੀ ਉੱਥੇ ਹੀ ਆ, ਫੇਰ ਬਦਲ ਇਹਨਾਂ 'ਚ ਹੁੰਦਾ ਰਿਹਾ, ਆਪਣੇ 'ਚ ਨਹੀਂ। ਬਘੇਲ ਸਿੰਘ ਜੀ, ਇੱਕ ਮੇਰੇ ਤੁਸੀਂ ਹੁਣ ਜਿੱਦਾਂ ਗੱਲ ਕੀਤੀ ਆ ਇੱਕ ਸੂਰਜੀ ਦਾ ਬਿਕਰਮੀ ਜਿਹੜਾ ਚੱਲਦਾ, ਇਹ ਸਾਡੇ ਧਰਮ ਵਿੱਚ ਕਿਉਂ ਹੈ ਜੀ ਦੁਬਤਾ ਪਈ ਹੋਈ ਆ? ਗੱਲ ਇਦਾਂ ਭਾਈ ਸੰਦੀਪ ਸਿੰਘ ਜੀ, ਦੇਖੋ ਹੁਣ ਜਿਹੜੇ ਕੁਦਰਤੀ ਸਰੋਤ ਆ ਨਾ, ਹੁਣ ਸੂਰਜ ਚੜ੍ਹਦਾ ਤੇ ਉਹ ਧੁੱਪ ਸਾਰਿਆਂ ਨੂੰ ਦਿੰਦਾ। ਉਹ ਹਿੰਦੂ ਸਿੱਖ ਮੁਸਲਮਾਨ ਦੇਖ ਕੇ ਕਿਸੇ ਨੂੰ ਚਾਨਣ ਨਹੀਂ ਦਿੰਦਾ। ਚੰਦਰਮਾ ਦਾ ਪ੍ਰਕਾਸ਼ ਸਾਰਿਆਂ ਤੇ ਆ, ਆਕਸੀਜਨ ਦਰਖਤ ਸਾਰਿਆਂ ਨੂੰ ਦਿੰਦੇ ਆ। ਉਹ ਇਹ ਸੋਚ ਕੇ ਨਹੀਂ ਦਿੰਦੇ ਵੀ ਤੂੰ ਕੌਣ ਆ ਜਾਂ ਕਿਹੜੇ ਧਰਮ ਦਾ ਆ। ਜਿਹੜੇ ਕੁਦਰਤੀ ਸਰੋਤ ਹੁੰਦੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ। ਪਰ ਹਿੰਦੂ ਮਤ ਜਿਹੜਾ ਸਨਾਤਨ ਮਤ ਆ, ਉਹਨਾਂ ਨੇ ਇਹਨਾਂ ਸਰੋਤਾਂ ਨੂੰ ਦੇਵਤੇ ਬਣਾਇਆ ਹੋਇਆ। ਅੱਛਾ ਜੀ। ਜਲ ਦਾ ਦੇਵਤਾ, ਪਵਨ ਦਾ ਦੇਵਤਾ, ਸੂਰਜੀ ਦੇਵਤਾ, ਚੰਦਰ ਦੇਵਤਾ। ਸੋ ਉਹ ਉਹਨਾਂ ਦੀ ਪੂਜਾ ਕਰਦੇ ਆ, ਉਹ ਉਹਨਾਂ ਦਾ ਮਤ ਆ। ਆਪਾਂ ਨੂੰ ਉਹਦੇ ਨਾਲ ਕੋਈ ਤੰਗੀ ਨਹੀਂ, ਤਕਲੀਫ ਨਹੀਂ। ਪਰ ਸਾਡੇ ਸਿੱਖਾਂ ਦੇ ਦਿਮਾਗ 'ਚ ਇਹ ਗੱਲ ਪਾ ਦਿੱਤੀ ਗਈ ਵੀ ਜੇ ਤੁਸੀਂ ਚੰਦਰ ਕੈਲੰਡਰ ਨੂੰ ਮੰਨਦੇ ਆ ਤਾਂ ਤੁਸੀਂ ਤੇ ਚੰਦ ਦੇ ਪੁਜਾਰੀ ਹੋ ਗਏ। ਅੱਛਾ ਜੀ। ਜੇ ਸੂਰਜ ਨੂੰ ਮੰਨਦੇ ਤੇ ਸੂਰਜ ਦੇ ਪੁਜਾਰੀ ਹੋ ਗਏ, ਤੇ ਚੰਦ ਦੀ ਤੇ ਸੂਰਜ ਦੀ ਰਜਿਸਟਰੀ ਤੇ ਸਨਾਤਨ ਮਤ ਵਾਲਿਆਂ ਨੇ ਕਰਾਈ ਹੋਈ ਆ, ਉਹ ਤਾਂ ਉਹਨਾਂ ਦਾ। ਅੱਛਾ ਜੀ। ਇਹ ਜਿਹੜਾ ਸਾਡੇ ਅੰਦਰ ਇੱਕ ਕਨਫਲਿਕਟ ਪਾ ਦਿੱਤਾ ਗਿਆ। ਤੇ ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਜਿਹੜੇ ਸਾਡੇ ਗੁਰਮੁਖੇ ਉਲਝੇ ਪਏ ਆ। ਹੁਣ ਤੁਸੀਂ ਦੇਖੋ, ਆਪਾਂ ਇੰਗਲੈਂਡ 'ਚ ਰਹਿੰਦੇ ਆ ਤੇ ਇੱਥੇ ਵੀ ਰਮਜ਼ਾਨ ਦਾ ਮਹੀਨਾ ਮਨਾਇਆ ਜਾਂਦਾ ਨਾ, ਮਨਾਇਆ ਜਾਂਦਾ ਜੀ। ਤੇ ਮੁਸਲਮਾਨ ਵੀਰ ਵੱਡੀ ਈਦ ਮਨਾਉਂਦੇ ਆ, ਆਪਣੀ ਈਦ ਮਨਾਉਂਦੇ ਆ ਜੀ। ਤੇ ਉਹ ਰੋਜ਼ਾ ਆਪਣਾ ਚੰਦ ਨੂੰ ਦੇਖ ਕੇ ਖੋਲ ਰਹੇ ਆ ਰੋਜ਼। ਹਾਂ ਬਿਲਕੁਲ ਬਿਲਕੁਲ, ਰਾਤ ਨੂੰ ਚੰਦ ਨੂੰ ਦੇਖ ਕੇ ਖੋਲਦੇ ਜੀ। ਤੇ ਜੇ ਆਪਾਂ ਕਹੀਏ ਵੀ ਮੁਸਲਮਾਨਾਂ ਦੀ ਈਦ ਆ ਰਹੀ ਆ, ਰੋਜ਼ੇ ਮੁਸਲਮਾਨ ਭਰਾ ਰੱਖ ਰਹੇ ਆ ਤੇ ਚੰਦਰਮਾ ਨੂੰ ਦੇਖ ਕੇ ਰੋਜ਼ਾ ਖੋਲਦੇ, ਤੇ ਫਿਰ ਉਹ ਹਿੰਦੂ ਬਣ ਗਏ। ਕ੍ਰਿਸਚਨ ਮਤ ਦੇ ਲੋਕ ਈਸਟਰ ਦੀ ਡੇਕ ਚੰਦਰਮਾ ਦੇ ਅਕਾਊਂਟ ਕੱਢਦੇ ਆ ਜਦੋਂ ਨਿਊ ਮੂਨ ਹੁੰਦਾ। ਨਿਊ ਮੂਨ ਭਾਵ ਜਦੋਂ ਪੁੰਨਿਆ ਹੁੰਦੀ ਹੈ, ਜਦੋਂ ਚੰਨ ਪੂਰਾ ਹੋ ਜਾਂਦਾ ਜੀ। ਤੇ ਤੁਸੀਂ ਕੈਲੰਡਰ ਤੇ ਵੀ ਕਿਤੇ ਧਿਆਨ ਮਾਰਿਓ ਅੰਗਰੇਜ਼ੀ ਤੇ, ਉੱਥੇ ਇੱਕ ਡਾਟ ਅੱਧਾ ਕਾਲਾ ਕੀਤਾ ਹੁੰਦਾ ਬਿੰਦੀ, ਤੇ ਇੱਕ ਡਾਟ ਪੂਰੀ ਕਾਲੀ ਕੀਤੀ ਦੇਖਿਆ ਜੀ। ਉਹ ਮੱਸਿਆ ਤੇ ਪੁੰਨਿਆ ਹੁੰਦੀ ਹੈ। ਮੱਸਿਆ ਤੇ ਪੁੰਨਿਆ, ਠੀਕ ਹੈ। ਵੀ ਜਿੱਦਣ ਮੱਸਿਆ ਹੋਣੀ ਉਦਣ ਕਾਲਾ ਹੋਣਾ, ਤੇ ਜਿੱਦਣ ਪੁੰਨਿਆ ਕੈਲੰਡਰਾਂ ਦੇ ਵੀ ਹੁੰਦਾ ਬਘੇਲ ਸਿੰਘ ਜੀ। ਮੈਂ ਉਹ ਤੁਹਾਨੂੰ ਇਸ ਕਰਕੇ ਦੱਸ ਰਿਹਾ ਵੀ ਜੇਕਰ ਅਸੀਂ ਮੱਸਿਆ ਪੁੰਨਿਆ ਦੀ ਗੱਲ ਕਰ ਲਈਏ, ਚੰਦਰ ਦੀ ਜਾਂ ਸੂਰਜ ਦੀ ਗੱਲ ਕਰ ਲਈਏ, ਤੇ ਸਾਡੇ ਤੇ ਲੇਬਲ ਲੱਗ ਜਾਂਦਾ ਵੀ ਇਹ ਤੇ RSS ਦੀ ਬੋਲੀ ਬੋਲਦੇ ਆ ਜੀ, ਇਹ ਤੇ ਹਿੰਦੂ ਬਣ ਗਏ। ਤੇ ਜਿਹੜੇ ਕ੍ਰਿਸਚਨ ਕੈਲੰਡਰ ਵੀ ਆ, ਮੁਸਲਮਾਨ ਮਤ ਦੇ ਕੈਲੰਡਰ ਵੀ ਆ, ਹਿਜਰੀ ਕੈਲੰਡਰ ਆ, ਬੋਧੀਆਂ ਦਾ ਕੈਲੰਡਰ ਆ। ਤੇ ਇੱਥੋਂ ਤੱਕ ਇੰਗਲੈਂਡ ਦੀ ਹਿਸਟਰੀ ਦੇ ਵਿੱਚ ਬੱਚਿਆਂ ਨੂੰ ਸਕੂਲਾਂ 'ਚ ਚਾਈਨੀਜ਼ ਨਿਊ ਈਅਰ ਬਾਰੇ ਪੜ੍ਹਾਇਆ ਜਾਂਦਾ ਜੀ, ਜਿਹੜਾ 31 ਦਸੰਬਰ ਨੂੰ ਨਹੀਂ ਆਉਂਦਾ, ਉਹ ਆਪਣਾ ਵੱਖਰਾ ਮਨਾਉਂਦੇ ਆ। ਤੇ ਬਰਮਿੰਗਮ ਤੁਸੀਂ ਦੇਖਿਓ ਕਿਤੇ, ਮੇਰਾ ਖਿਆਲ ਐਸੇ ਸਾਲ 'ਚ ਤੁਹਾਨੂੰ ਮੌਕਾ ਮਿਲ ਜਾਣਾ, ਤੇ ਉਹ ਬਹੁਤ ਵੱਡਾ ਸੈਲੀਬ੍ਰੇਸ਼ਨ ਕਰਦੇ ਆ ਟਾਊਨ ਸੈਂਟਰ ਦੇ ਵਿੱਚ, ਚਾਈਨੀਜ਼ ਜਿਹੜੇ ਆ। ਤੇ ਬ੍ਰਿਟਿਸ਼ ਗਵਰਨਮੈਂਟ ਨੇ ਆਪਣੀ ਹਿਸਟਰੀ ਦੇ ਵਿੱਚ ਉਹਨਾਂ ਦੇ ਨਿਊ ਈਅਰ ਨੂੰ ਐਕਸੈਪਟੈਂਸ ਦਿੱਤੀ ਹੋਈ ਆ ਜੀ, ਜਿਹੜੀ 31 ਦਸੰਬਰ ਨਹੀਂ ਗਈ। 31 ਦਸੰਬਰ ਨਹੀਂ। ਸੋ ਕਹਿਣ ਤੋਂ ਮੇਰਾ ਭਾਵ ਇਹ ਆ ਵੀ ਵੱਖੋ ਵੱਖਰੇ ਧਰਮਾਂ ਦੇ ਜਿਹੜੇ ਲੋਕ ਆ, ਉਹਨਾਂ ਦੇ ਦਿਹਾੜੇ ਉਹਨਾਂ ਦੇ ਮੁਤਾਬਕ ਮਨਾਏ ਜਾਂਦੇ ਆ। ਤੇ ਸਾਡੇ ਜਿਹੜੇ ਗੁਰਪੁਰਬ ਆ ਨਾ, ਸਾਡੀਆਂ ਜਿਹੜੀਆਂ ਡੇਟਾਂ ਨੇ, ਜਿਵੇਂ ਪੋਹ ਸੁਦੀ 7ਵੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁਰਬ ਆ, 7 ਪੋਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਆ, ਕੱਤਕ ਦੀ ਪੁੰਨਿਆ ਜਿਹੜੀ ਗੁਰੂ ਨਾਨਕ ਮਹਾਰਾਜ ਦਾ ਪੁਰਬ ਆ। ਇਹ ਤਰੀਕਾਂ ਗੁਰੂ ਸਾਹਿਬ ਨੇ ਸਾਨੂੰ ਆਪ ਦਿੱਤੀਆਂ ਜੀ। ਤੇ ਗੁਰੂ ਸਾਹਿਬ ਦੇ ਹੁਕਮਨਾਮੇ ਮੈਂ ਤੁਹਾਨੂੰ ਭੇਜ ਦਿਆਂਗਾ, ਤੁਸੀਂ ਸਕਰੀਨ ਤੇ ਵਿਖਾ ਸਕਦੇ ਹੋ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਆਪ ਇਹਨਾਂ ਤਰੀਕਾਂ ਨੂੰ ਮੰਨਿਆ। ਤੇ ਜੇ ਤੁਸੀਂ ਚੌਪਈ ਸਾਹਿਬ ਦਾ ਪਾਠ ਕਰਦੇ ਹੋ ਤੇ ਉਹਦੇ ਚ ਪੰਕਤੀ ਆਉਂਦੀ ਆ, ਸੰਬਤ 17 ਸਹਿਸ ਭਣੀਜੈ, ਅਰਧ ਸਹਿਸ ਪੁਨਤੀਨ ਕਹੀਜੈ, ਭਾਦਰ ਸੁਦੀ ਅਸ਼ਟਮੀ ਰਵ 12। ਤੇ ਮਹਾਰਾਜ ਕਹਿੰਦੇ ਭਾਈ ਸੰਬਤ 17 ਸਹਿਸ ਭਣੀਜੈ, ਸੰਮਤ 1700, ਤੇ ਫਿਰ 1700 ਨੂੰ ਭੰਨ ਲਓ, ਅਰਧ ਸਹਿਸ ਪੁਨਤੀਨ ਕਹੀਜੈ, ਅੱਧ ਹੋ ਗਿਆ 50, ਫਿਰ 1750, ਸੰਮਤ 17 ਸਹਿਸ ਭਣੀਜੈ, ਅਰਧ ਸਹਿਸ ਪੁਨਤੀਨ ਕਹੀਜੈ, ਭਾਦਰਵ ਸੁਦੀ, ਭਾਦਰੋਂ ਮਹੀਨੇ ਦੀ ਸੁਦੀ, ਅਸ਼ਟਮੀ ਰਵ 12, ਐਤਵਾਰ ਦਾ ਦਿਨ। ਸੋ ਸੁਦੀ ਤੇ ਵਧੀ ਚੱਲਦੀ ਆ ਚੰਨ ਦੇ ਅਕੋਰਡਿੰਗਲੀ। ਮੱਸਿਆ ਤੋਂ ਬਾਅਦ ਜਿਹੜੇ ਦਿਨ ਗਿਣੇ ਜਾਂਦੇ 15, ਉਹ ਹੁੰਦੇ ਆ ਸੁਦੀ ਦੇ ਦਿਨ, ਤੇ ਪੁੰਨਿਆ ਤੋਂ ਬਾਅਦ ਜਿਹੜੇ ਦਿਨ ਗਿਣੇ ਜਾਂਦੇ ਉਹ ਹੁੰਦੇ ਵਧੀ ਦੇ ਦਿਨ। ਠੀਕ ਹੈ। ਸੋ ਸਤਿਗੁਰੂ ਮਹਾਰਾਜ ਨੇ ਗੁਰਬਾਣੀ 'ਚ ਵੀ ਜਿਹੜਾ ਸਾਨੂੰ ਇਸੇ ਕੈਲੰਡਰ ਦੀ ਮਾਨਤਾ ਦਿੱਤੀ ਆ। ਪਰ ਅੱਜ ਕੁਝ ਇੱਕ ਸਾਡੇ ਵੀਰ ਦੁਨੀਆ ਦੀ ਪੜ੍ਹਾਈ ਕਰਕੇ, ਭਾਵ ਦੇਸੀ ਮਹੀਨਿਆਂ ਨੂੰ ਪੜ੍ਹਿਆ ਨਹੀਂ, ਵਿਚਾਰਿਆ ਨਹੀਂ, ਗੁਰਬਾਣੀ ਦੀ ਸੰਥਿਆ ਨਹੀਂ ਲਈ, ਤੇ ਉਹ ਕਹਿੰਦੇ ਜੀ ਸਾਨੂੰ ਬੜਾ ਔਖਾ ਜਿਹਾ ਲੱਗਦਾ, ਆਪਾਂ ਅੰਗਰੇਜ਼ੀ ਤਰੀਕਾ ਮੰਨ ਲਿਆ ਕਰੀਏ, ਦੇਸੀ ਤਰੀਕਾਂ ਦੀ ਗੱਲ ਨਾ ਕਰੀਏ। ਬਘੇਲ ਸਿੰਘ ਜੀ, ਆਪਾਂ ਜੇ ਗੱਲ ਕਰੀਏ ਤੇ ਸਾਡਾ ਤੇ ਇਹਨਾਂ ਦਾ ਫਿਰ ਫਰਕ ਕੀ ਆ? ਫਿਰ ਫਰਕ ਭਾਈ ਸੰਦੀਪ ਸਿੰਘ ਜੀ ਇਹੀ ਆ ਵੀ ਦੇਖੋ, ਸਤਿਗੁਰੂ ਮਹਾਰਾਜ ਨੇ ਸਾਨੂੰ ਸਾਰਾ ਕੁਝ ਦਿੱਤਾ ਹੋਇਆ। ਤਰੀਕਾਂ ਉਹ ਮਿਥੀਆਂ ਜਾ ਸਕਦੀਆਂ ਜਿਹੜੀਆਂ ਆਪਾਂ ਨੂੰ ਨਾ ਪਤਾ ਹੋਣ। ਗੱਲ ਉਹ ਆਪਾਂ ਆਪਣੇ ਆਪ ਦੇ ਵਿੱਚ ਸੁਜੈਸ਼ਨ ਲੈ ਕੇ ਕਰ ਸਕਦੇ ਆ ਜਿਹਦੇ ਬਾਰੇ ਸਾਨੂੰ ਪਤਾ ਨਾ ਹੋਵੇ। ਜਿਹੜੇ ਦਿਨ, ਜਿਹੜੇ ਤਰੀਕਾਂ, ਜਿਹੜਾ ਆਚਾਰ ਵਿਹਾਰ, ਜਿਹੜੇ ਸੰਸਕਾਰ, ਸਤਿਗੁਰੂ ਮਹਾਰਾਜ ਨੇ ਸਾਰਾ ਕੁਝ ਹੀ ਸਾਨੂੰ ਦਿੱਤਾ। ਵੀ ਜੇ ਤੂੰ ਸਿੱਖ ਆਪਣੇ ਆਪ ਨੂੰ ਮੰਨਦਾ, ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਮੰਨਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਮੰਨਦਾ, ਜੋਤ ਤਾਂ ਇੱਕੋ ਹੀ ਆ। ਵੀ ਜੇ ਤੂੰ ਆਪਣੇ ਆਪ ਨੂੰ ਸਿੱਖ ਪੰਥ ਦਾ ਹਿੱਸਾ ਮੰਨਦਾ, ਤੇ ਭਾਈ ਤੇਰੇ ਵਾਸਤੇ ਤੇਰੇ ਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਜੀ। ਕੀ ਖਾਣਾ, ਕੀ ਪਾਉਣਾ, ਕਿੱਦਾਂ ਸੌਣਾ, ਕੀ ਕਰਨਾ, ਕੀ ਨਹੀਂ ਕਰਨਾ, ਦਿਨ ਕਿੱਦਾਂ ਮਨਾਉਣੇ, ਰਾਤ ਕਿੱਦਾਂ ਮਨਾਉਣੀ, ਖੁਸ਼ੀ ਗਮੀ ਕੀ ਕਰਨਾ, ਸਾਰਾ ਕੁਝ ਸਾਨੂੰ ਦਿੱਤਾ।
ਜੇ ਤੇ ਅਸੀਂ ਗੁਰੂ ਦੀ ਮੰਨਣੀ ਆ ਫਿਰ ਤੇ ਸਾਨੂੰ ਦੇਸੀ ਮਹੀਨੇ ਮੰਨਣੇ ਪੈਣਗੇ। ਤੇ ਜੇ ਆਪਾਂ ਭਾਈ ਸੰਦੀਪ ਸਿੰਘ ਜੀ ਆਪਣੀ ਮਰਜ਼ੀ ਕਰਨੀ ਆ ਫਿਰ ਅਸੀਂ ਜੋ ਮਰਜ਼ੀ ਕਰੀ ਜਾਈਏ। ਤੇ ਹੁਣ ਕਨਫਲਿਕਟ ਸਿਰਫ ਇੰਨਾ ਕਿ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ, ਗੁਰੂ ਨੂੰ ਤਾਂ ਮੰਨਦੇ ਆ ਆਪਾਂ ਪਰ ਗੁਰੂ ਦੀ ਨਹੀਂ ਮੰਨਦੇ। ਬਿਲਕੁਲ ਗੁਰੂ ਨੂੰ ਸਿਰਫ ਗੱਲ ਇੰਨੀ ਕਿਹਾ। ਬਿਲਕੁਲ ਇੰਨਾ ਤੇ ਮੈਂ ਜ਼ਰੂਰ ਕਹਿਣਾ ਜੀ ਮੈਂ ਸਿੱਖ ਹਾਂ ਪਰ ਸਿੱਖੀ ਦੀ ਰਹਿਤ ਸਿੱਖੀ ਦੀ ਮਰਿਆਦਾ ਜਿਹੜੀ ਉਹ ਮੈਨੂੰ ਚੰਗੀ ਨਹੀਂ ਲੱਗਦੀ। ਉਦਾਂ ਮੈਂ ਸਿੱਖ ਹੈਗਾ, ਜੋ ਗੁਰੂ ਸਾਹਿਬ ਕਹਿੰਦੇ ਆ ਉਹ ਨਹੀਂ ਮੈਂ ਮੰਨਣਾ, ਗੁਰੂ ਨੂੰ ਜ਼ਰੂਰ ਮੈਂ ਮੰਨਦਾ। ਬਿਲਕੁਲ ਜੀ, ਗੁਰੂ ਘਰ ਜਾਣਾ ਹੈ ਪਰ ਉੱਥੇ ਮੱਥਾ ਵੀ ਟੇਕਣਾ ਹੈ, ਲੰਗਰ ਪ੍ਰਸ਼ਾਦਾ ਵੀ ਛਕਣਾ ਹੈ ਤੇ ਚਾਹ ਪਾਣੀ ਵੀ ਛਕਣਾ ਹੈ, ਪਰ ਜਿਸ ਕੰਮ ਲਈ ਜਾਣਾ ਉਹ ਕੰਮ ਨਹੀਂ ਕਰਨਾ। ਇਹ ਮਤਲਬ ਬਿਲਕੁਲ ਇਹ ਸੱਚਾਈ ਹੈ, ਇਹਦੇ ਵਿੱਚ ਕੋਈ ਗਲਤ ਨਹੀਂ ਕਿ ਆਪ ਭਾਈ ਭਗਤ ਸਿੰਘ ਹੋਣਾ ਨੇ। ਇਹ ਸਾਡਾ ਜਿਹੜਾ ਇਸ ਲਈ ਬਣ ਚੁੱਕਿਆ, ਇੱਕ ਕਲਚਰ ਬਣ ਚੁੱਕਿਆ, ਇੱਕ ਸਿਧਾਂਤ ਸਾਡੇ ਬਣ ਚੁੱਕੇ ਕਿ ਅਸੀਂ ਗੁਰੂ ਨੂੰ ਤਾਂ ਮੰਨਣਾ ਪਰ ਗੁਰੂ ਦੀ ਨਹੀਂ ਮੰਨਣੀ, ਜੋ ਗੁਰੂ ਸਾਹਿਬ ਸਾਨੂੰ ਕਹਿ ਰਹੇ। ਬਗੇਲ ਸਿੰਘ ਜੀ, ਇੱਕ ਆਪਾਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਜੀ। ਫਿਰ ਡਾਕੂਮੈਂਟਾਂ ਤੇ ਆਪਾਂ ਫਿਰ ਕਿਉਂ ਜੀ ਆਪਾਂ ਜੇ ਚਾਈਨੀਜ਼ ਆਪਣਾ ਵੱਖਰਾ ਮਨਾ ਸਕਦੇ ਨੇ ਨਾ, ਤੇ ਦੇਖਿਆ ਜਾਵੇ ਮੁਸਲਮਾਨ ਭਾਈਚਾਰਾ ਵੀ ਆਪਣਾ ਵੱਖਰਾ ਮਨਾ ਰਿਹਾ, ਤੇ ਇਹ ਦੇਖਿਆ ਜਾਵੇ ਮੈਂ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਗੁਰੂ ਘਰਾਂ ਦੇ ਵਿੱਚ ਇਹ ਮਨਾਉਣਾ ਸ਼ੁਰੂ ਕੀਤਾ। ਕਿਉਂ ਆਪਾਂ ਇਹ ਜਿੱਦਾਂ ਚਾਈਨੀਜ਼ ਕਰਦੇ ਨੇ, ਅਸੀਂ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਸਾਡਾ ਇੱਥੇ ਬ੍ਰਿਟਿਸ਼ ਸਰਕਾਰ ਸਾਨੂੰ ਇਹ ਮਾਨਤਾ ਦੇਵੇ ਤੇ ਅਸੀਂ ਵੀ ਆਪਣਾ ਜਿੱਦਾਂ ਵੱਡੇ ਪੱਧਰ ਤੇ ਮਨਾਈਏ। ਫਿਰ ਗੁਰੂ ਘਰਾਂ ਦੇ ਵਿੱਚ ਸਾਨੂੰ ਪਤਾ ਜੀ, ਪਰ ਜਿੱਦਾਂ ਤੁਸੀਂ ਦੱਸਿਆ ਸਿਟੀ ਸੈਂਟਰ ਦੇ ਵਿੱਚ ਜਾ ਕੇ ਚਾਈਨੀਜ਼ ਮਨਾਉਂਦੇ ਨੇ, ਤੇ ਇਦਾਂ ਦੀ ਕਿਤੇ ਵੀ ਸਾਡਾ ਵੀ ਸਿੱਖਾਂ ਦਾ ਹੋ ਜਾਵੇ, ਲੱਗਦਾ ਕਿ ਆਉਣ ਵਾਲੇ ਸਮੇਂ 'ਚ। ਇਹ ਬਿਲਕੁਲ ਭਾਈ ਸੰਦੀਪ ਸਿੰਘ ਜੀ, ਤੁਸੀਂ ਇਤਿਹਾਸ ਫਰੋਲ ਲਓ। ਅੰਗਰੇਜ਼ਾਂ ਦੇ ਜਾਣ ਤੋਂ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਅੰਗਰੇਜ਼ੀ ਕੈਲੰਡਰ ਨਹੀਂ ਸੀ ਚੱਲਦਾ, ਦੇਸੀ ਕੈਲੰਡਰ ਚੱਲਦਾ ਸੀ। ਕਿਤੇ ਆਪਣੇ ਘਰੇ ਬਜ਼ੁਰਗਾਂ ਨੂੰ ਵੀ ਤੁਸੀਂ ਸੁਣਿਆ ਹੋਣਾ ਵੀ ਇਹ ਫਲਾਣੇ ਪੋਹ ਦਾ ਇਹਦਾ ਜਨਮ ਆ, ਇਹਦਾ ਕੱਤੇ ਦਾ ਮਹੀਨੇ ਦਾ ਜਨਮ ਆ ਜੀ। ਪੁਰਾਣੇ ਬਜ਼ੁਰਗ ਹਜੇ ਵੀ ਉਹ ਗੱਲਾਂ ਤੁਹਾਨੂੰ ਦੱਸਦੇ ਆ ਵੀ ਇਹ ਫਲਾਣੇ ਬੰਦੇ ਦੀ ਜਨਮ ਤਰੀਕ ਆ। ਪਰ ਜਦੋਂ ਅੰਗਰੇਜ਼ ਪੰਜਾਬ ਦੀ ਧਰਤੀ ਤੇ ਗਿਆ ਜੀ, ਇਹਨੇ ਆਪਣਾ ਰਾਜ ਸਥਾਪਿਤ ਕੀਤਾ, ਇਹਨੇ ਆਪਣਾ ਕੈਲੰਡਰ ਆਪਣੀਆਂ ਡੇਟਾਂ ਸਾਨੂੰ ਦਿੱਤੀਆਂ ਤੇ ਅਸੀਂ ਉਹਨਾਂ ਨੂੰ ਐਕਸੈਪਟ ਕਰ ਲਿਆ, ਕਿਉਂਕਿ ਅਸੀਂ ਆਪਣਾ ਰਾਜ ਗਵਾ ਕੇ ਅਸੀਂ ਗੁਲਾਮ ਹੋ ਗਏ। ਹੁਣ ਜਿਹੜੀ ਗੱਲ ਹੈ ਚਾਈਨੀਜ਼ ਦੀ ਜਾਂ ਮੁਸਲਮਾਨ ਮਤ ਦੀ, ਮੁਸਲਮਾਨ ਹੁਣ ਅਰਬ ਕੰਟਰੀ ਜਿੰਨੀ ਆ ਸਾਰੇ ਮੁਸਲਮਾਨਾਂ ਦੇ ਦੇਸ਼ ਆ ਜੀ। ਪਾਕਿਸਤਾਨ ਇੱਕ ਮੁਸਲਿਮ ਦੇਸ਼ ਆ, ਉਹ ਸਰਬ ਧਰਮਾਂ ਦਾ ਦੇਸ਼ ਨਹੀਂ ਹੈ। ਜਦੋਂ ਤੁਹਾਡਾ ਆਪਣਾ ਰਾਜ ਹੋਊਗਾ, ਤੁਹਾਡਾ ਆਪਣਾ ਹੁਕਮ ਹੋਊਗਾ, ਤੁਹਾਡੀ ਆਪਣੀ ਸਰਕਾਰ ਹੋਊਗੀ, ਤੁਸੀਂ ਜੋ ਮਰਜ਼ੀ ਲਾਗੂ ਕਰ ਸਕਦੇ। ਤੇ ਜਦੋਂ ਤੁਹਾਡਾ ਆਪਣਾ ਰਾਜ ਨਹੀਂ, ਤੁਹਾਡੀ ਸਰਕਾਰ ਨਹੀਂ, ਉਦੋਂ ਜਦੋਂ ਤੁਸੀਂ ਜਿਹਦੇ ਥੱਲੇ ਕੰਮ ਕਰਦੇ ਆ ਤੁਹਾਨੂੰ ਉਹਨਾਂ ਦੀ ਮੰਨਣੀ ਪੈਣੀ ਆ। ਇਹਨਾਂ ਮੁਲਕਾਂ ਦੇ ਆਪਣੇ ਖਿੱਤੇ ਆ, ਆਪਣੇ ਰਾਜ ਆ, ਆਪਣੀਆਂ ਸਰਕਾਰਾਂ ਆ, ਤੇ ਉਹ ਇਸ ਚੀਜ਼ ਨੂੰ ਚਲਾ ਰਹੇ ਆ। ਜਦੋਂ ਖਾਲਸੇ ਦਾ ਰਾਜ ਸੀ ਉਦੋਂ ਮਹੀਨੇ ਵੀ ਇਹੀ ਚੱਲਦੇ ਸੀ, ਦਿਨ ਵੀ ਇਹੀ ਚੱਲਦੇ ਸੀ, ਸਿੱਕਾ ਵੀ ਸਾਡਾ ਚੱਲਦਾ ਸੀ, ਕਰੰਸੀ ਵੀ ਸਾਡੀ ਚੱਲਦੀ ਸੀ। ਪਰ ਅੱਜ ਅਸੀਂ ਜਿਹੜਾ ਆਪਣਾ ਰਾਜ ਭਾਗ ਗਵਾ ਚੁੱਕੇ ਆ, ਇਸ ਕਰਕੇ ਅਸੀਂ ਜਿਹਦੇ ਨਾਲ ਰਹਿੰਦੇ ਆ ਜਾਂ ਜਿਹਦੇ ਮੁਲਕ 'ਚ ਰਹਿੰਦੇ ਆ, ਉਸ ਮੁਲਕ ਦੇ ਕਾਨੂੰਨ ਨੂੰ ਸਾਨੂੰ ਮੰਨਣਾ ਪੈਣਾ, ਸਾਡਾ ਫਰਜ਼ ਵੀ ਬਣਦਾ। ਜਿੱਦਣ ਕਿਤੇ ਸਾਡਾ ਆਪਣਾ ਰਾਜ ਹੋਊਗਾ, ਸਾਡਾ ਆਪਣਾ ਦੇਸ਼ ਹੋਊਗਾ, ਸਾਡੀ ਆਪਣੀ ਪੰਥਕ ਸਰਕਾਰ ਹੋਊਗੀ, ਉਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਲਾਗੂ ਕਰ ਸਕਦੇ ਆ। ਉਨੀ ਦੇਰ ਤੱਕ ਜਦੋਂ ਅਸੀਂ ਜਿਹਦੇ ਨਾਲ ਰਹਿ ਰਹੇ ਆ ਉਹਦਾ ਸਾਨੂੰ ਮੰਨਣਾ ਪੈਣਾ। ਬਗੇਲ ਸਿੰਘ ਜੀ, ਉਹ ਕਿੱਥੇ ਹੋਊਗੀ? ਆਪਣੀ ਇਹਨਾਂ ਬਾਹਰਲੀਆਂ ਕੰਟਰੀਆਂ 'ਚ ਹੋਊਗੀ ਜਾਂ ਸਾਡੇ ਪੰਜਾਬ ਦੇ ਵਿੱਚ ਹੋਊਗੀ? ਕਿੱਥੇ ਹੋਊਗੀ ਇਹ ਐਕਸੈਪਟੈਂਸ ਜਿਹੜੀ ਆ? ਦੇਖੋ, ਇੱਕ ਦੇਸ਼ ਦੀ ਜਿਹੜੀ ਗੱਲ ਆ ਭਾਈ ਸੰਦੀਪ ਸਿੰਘ ਜੀ, ਉਹ ਇੱਕ ਨਾ ਇੱਕ ਖਿੱਤਾ ਤਾਂ ਤੁਹਾਨੂੰ ਮਿਲਣਾ ਹੁੰਦਾ, ਇੱਕ ਜਗ੍ਹਾ ਤੁਹਾਨੂੰ ਮਿਲਣੀ ਹੁੰਦੀ ਆ। ਪਰ ਜੇ ਆਪਾਂ ਗੱਲ ਕਰੀਏ ਵੀ ਖਾਲਸੇ ਰਾਜ ਦੀ ਪਰਿਭਾਸ਼ਾ ਬਹੁਤ ਵੱਡੀ ਆ, ਥੋੜੀ ਨਹੀਂ ਹੈ। ਹੁਣ ਇਸ ਵਕਤ ਜੇ ਆਪਾਂ ਵਿਦੇਸ਼ਾਂ 'ਚ ਬੈਠੇ ਆ ਤਾਂ ਮੈਂ ਇੱਕ ਸਵਾਲ ਦਾ ਜਵਾਬ ਸਾਰਿਆਂ ਨੂੰ ਦੇਣਾ ਹੁੰਦਾ ਵੀ ਮੈਨੂੰ ਇੱਥੇ ਅੰਮ੍ਰਿਤ ਵੇਲੇ ਉੱਠਣ ਤੋਂ ਕੌਣ ਰੋਕ ਰਿਹਾ? ਕੋਈ ਵੀ ਨਹੀਂ ਰੋਕ ਰਿਹਾ। ਮੈਨੂੰ ਮੇਰਾ ਬਾਣਾ ਪਾਉਣ ਤੋਂ, ਸ੍ਰੀ ਸਾਹਿਬ ਛੋਟੀ ਵੱਡੀ ਪਾਉਣ ਤੋਂ ਕੌਣ ਰੋਕ ਰਿਹਾ? ਕੋਈ ਵੀ ਨਹੀਂ ਰੋਕ ਰਿਹਾ। ਮੈਨੂੰ ਕੰਮ ਤੇ ਜਾਣ ਲੱਗਿਆਂ ਦਸਤਾਰ ਪਹਿਨਣ ਤੋਂ ਕੌਣ ਰੋਕ ਰਿਹਾ? ਕੋਈ ਵੀ ਨਹੀਂ। ਮਤਲਬ ਮੈਨੂੰ ਮੇਰੇ ਧਰਮ ਦੀ ਪ੍ਰੈਕਟਿਸ ਕਰਨ ਦਾ ਪੂਰਾ ਅਧਿਕਾਰ ਮਿਲਿਆ ਹੋਇਆ ਜੀ। ਸੋ ਮੇਰੀ ਇੱਥੇ ਪੂਰਨ ਆਜ਼ਾਦੀ ਆ ਧਾਰਮਿਕ ਤੌਰ ਤੇ ਜੀ। ਤੇ ਬਾਕੀ ਜਿਹੜੇ ਦੇਸ਼ ਦੇ ਕਾਨੂੰਨ ਨੇ, ਰੋਡ ਟ੍ਰੈਫਿਕ ਦੇ ਕਾਨੂੰਨ ਨੇ, ਉਹ ਸਾਨੂੰ ਮੰਨਣੇ ਪੈਂਦੇ ਜਿੱਥੇ ਮਰਜ਼ੀ ਅਸੀਂ ਰਹੀਏ। ਉਹ ਜਿੱਥੇ ਮਰਜ਼ੀ ਰਹੀਏ ਜੀ। ਸੋ ਖਾਲਸੇ ਰਾਜ ਦੀ ਤੇ ਪੂਰਨ ਪਰਿਭਾਸ਼ਾ ਇਹੀ ਹੈ ਵੀ ਜਿੱਥੇ ਤੁਹਾਨੂੰ ਤੇ ਤੁਹਾਡੇ ਗੁਰੂ ਦੇ ਵਿੱਚ ਕੋਈ ਅੜਿੱਕਾ ਨਹੀਂ ਪੈਂਦਾ, ਉੱਥੇ ਤੁਹਾਡਾ ਖਾਲਸਾ ਰਾਜ ਆ ਜੀ। ਪਰ ਜੇ ਇੱਕ ਸਥਾਨ ਦੀ, ਇੱਕ ਲੈਂਡ ਦੀ ਗੱਲ ਆ, ਤੇ ਉਹ ਸਾਡੀ ਹੋਮਲੈਂਡ ਪੰਜਾਬ ਆ, ਪੰਜਾਬ ਦੀ ਧਰਤੀ ਆ, ਜਿੱਥੇ 10 ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਦੇ ਚਰਨ ਪਏ ਆ। ਉਸ ਧਰਤੀ ਦੇ ਉੱਪਰ ਜੇਕਰ ਸਾਡਾ ਆਪਣਾ ਰਾਜ ਕਾਇਮ ਹੁੰਦਾ ਤੇ ਫਿਰ ਅਸੀਂ ਦੁਨੀਆ ਦੇ ਵਿੱਚ ਆਪਣੀ ਐਸਟੈਬਲਮੈਂਟ ਜਿਹੜੀ ਆ ਐਜ਼ ਇੱਕ ਸਿੱਖ ਨੇਸ਼ਨ ਕਰ ਸਕਦੇ ਆ। ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਉਦਾਹਰਨ ਦਿੱਤੀ ਸੀ ਵੀ ਅਰਬ ਕੰਟਰੀਆਂ ਸਾਰੇ ਮੁਸਲਮ ਦੇਸ਼ ਆ, ਯੂਰਪ ਸਾਰਾ ਈਸਾਈ ਦੇਸ਼ ਆ, ਤੇ ਇਸੇ ਤਰ੍ਹਾਂ ਬਾਕੀ ਮੁਲਕ ਜਿਹੜੇ ਆਪੋ ਆਪਣੇ ਜਿਹੜੇ ਮੰਨਣ ਵਾਲੇ ਉਹਨਾਂ ਦੇ ਇੱਕ ਖਿੱਤਾ ਆ, ਆਪਣਾ ਇੱਕ ਮੁਲਕ ਆ। ਸਿੱਖ ਇਸ ਵਕਤ ਸਾਰੀ ਦੁਨੀਆ 'ਚ ਫੈਲੇ ਹੋਏ ਆ, ਪਰ ਸਾਡੀ ਆਪਣੀ ਕੋਈ ਹੋਮਲੈਂਡ ਨਹੀਂ ਆ। ਹੋਮਲੈਂਡ ਸਾਡੀ ਪੰਜਾਬ ਸੀ, ਜਿਹੜੀ ਸਾਡੇ ਤੋਂ ਖੋਹ ਲਈ ਗਈ ਆ, ਜਿੱਥੇ ਸਾਡੇ ਧਰਮ ਦੀ ਕਹਿ ਲਓ ਵੀ ਆਜ਼ਾਦੀ ਖੋਈ ਗਈ ਆ। ਇਸ ਕਰਕੇ ਜਦੋਂ ਕਿਤੇ ਸਤਿਗੁਰੂ ਕਿਰਪਾ ਕਰਨਗੇ, ਸਾਡੇ ਕੋਲ ਸਾਡਾ ਰਾਜ ਭਾਗ ਆਉਂਦਾ, ਚਾਹੇ ਉਹ ਪੰਜਾਬ 'ਚ ਹੋ ਜਾਏ, ਚਾਹੇ ਪੰਜਾਬ ਤੋਂ ਬਾਹਰ ਹੋ ਜਾਏ, ਜਿੱਥੇ ਅਸੀਂ ਇੱਕ ਦੇਸ਼ ਨੂੰ ਕਹਿ ਸਕੀਏ ਵੀ ਇੱਕ ਖਾਲਿਸਤਾਨ, ਖਾਲਸਾ ਦੇਸ਼ ਆ, ਖਾਲਸੇ ਦਾ ਰਾਜ ਆ, ਜਿੱਥੇ ਸਾਡੀ ਸਰਕਾਰ, ਸਾਡੀ ਕਰੰਸੀ ਹੋਵੇ, ਤੇ ਉਸ ਦੇਸ਼ ਦੇ ਨਾਂ ਦੇ ਉੱਪਰ ਫਿਰ ਅਸੀਂ
ਦੁਨੀਆ ਦੇ ਉੱਪਰ ਜਿਹੜੀ ਇਸ ਗੱਲ ਨੂੰ ਸਟੈਬਲਿਸ਼ ਕਰਾ ਸਕਦਾ। ਵੈਸੇ ਤਾਂ ਉਹਦਾ ਦੇਖਿਆ ਜਾਵੇ ਖਾਲਸਾ ਹਰ ਥਾਂ ਹੀ ਮੌਜੂਦ ਆ। ਹੁਣ ਦੇਖਿਆ ਵਿਸ਼ਵ ਬੈਂਕ ਦਾ ਬੁਖੀ ਜੇ ਆਪਾਂ ਅਜੇ ਪਾਲ ਸਿੰਘ ਉਹਨਾਂ ਬੰਗਾ ਦੀ ਗੱਲ ਕਰ ਦਈਏ ਤਾਂ ਉਹ ਵੀ ਇੱਕ ਸਿੱਖ ਦੇ ਚਿਹਰੇ, ਸਿੱਖ ਰੂਪ ਨੇ ਸਿੱਖ ਦੇ ਆਪਾਂ ਦੇਖਿਆ ਜਾਵੇ ਕੈਨੇਡਾ ਦਾ ਵਿੱਚ ਜੀ ਆਪਣੇ ਜਿਹੜੇ ਮੈਂ ਤੁਹਾਡੇ ਸਵਾਲ ਨਾਲ ਭਾਈ ਸੰਦੀਪ ਸਿੰਘ ਜੀ ਗੱਲ ਇੱਕ ਜੋੜ ਦਿਆਂ। ਹੁਣ ਮੈਂ ਕਿਸੇ ਵੀਰ ਭੈਣ ਭਰਾ ਦੇ ਉੱਪਰ ਕਿੰਤੂ ਨਹੀਂ ਕਰਦਾ। ਹੁਣ ਜਦੋਂ ਅਸੀਂ ਇਹ ਲੜਾਈ ਲੜਦੇ ਹਾਂ ਜੀ, ਨਹੀਂ ਮੈਨੂੰ ਸਿੱਖ ਕਹੋ ਜਾਂ ਮੈਨੂੰ ਡਾਕੂਮੈਂਟ ਤੇ ਲਿਖ ਕੇ ਦਿਓ ਵੀ ਮੈਂ ਸਿੱਖ ਆ, ਮੈਂ ਹਿੰਦੂ ਨਹੀਂ, ਉਹਦੀ ਲੜਾਈ ਇਸੇ ਕਰਕੇ ਆ ਵੀ ਤੇਰੀ ਦਿੱਖ ਦੇ ਵਿੱਚ ਤੇ ਦੂਜਿਆਂ ਦੀ ਦਿੱਖ 'ਚ ਫਰਕ ਨਹੀਂ ਹੈ। ਜੇ ਤੂੰ ਦਸਤਾਰ ਧਾਰੀ ਆ, ਦਾੜਾ ਪ੍ਰਕਾਸ਼ ਕੀਤਾ, ਕਿਰਪਾਨ ਪਾਈ ਹੋਈ ਆ, ਮੈਨੂੰ ਜਾ ਕੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਲੋਕਾਂ ਨੂੰ ਪਤਾ ਵੀ ਮੈਂ ਸਿੱਖ ਹਾਂ। ਬਿਲਕੁਲ ਜੀ। ਸਾਡਾ ਜਿਹੜਾ ਆਇਡੈਂਟੀ ਕਲੈਸ਼ ਹੈ ਉਹ ਇਸੇ ਕਰਕੇ ਹੀ ਆ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕੀਤਾ ਸੀ ਵੀ ਗੁਰੂ ਨੂੰ ਤੇ ਮੰਨਦੇ ਆ, ਗੁਰੂ ਦੀ ਨਹੀਂ ਮੰਨਦੇ। ਮਹਾਰਾਜ ਕਿਰਪਾ ਕਰੇ ਸਾਰੇ ਪੰਜਾਬ ਦੇ ਵਾਸੀ ਕੱਲ ਨੂੰ ਅੰਮ੍ਰਿਤ ਛਕ ਕੇ ਗਾਤਰੇ ਪਾ ਲੈਣ, ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਸਾਨੂੰ ਸਾਡਾ ਰਾਜ ਦਿਓ, ਸਾਡਾ ਦੇਸ਼ ਦਿਓ। ਜਦ ਸਾਰੇ ਦੇਸ਼ ਦੇ ਵਿੱਚ ਅੰਮ੍ਰਿਤਧਾਰੀ ਹੋਣਗੇ ਬਿਲਕੁਲ ਤੇ ਆਪਣੇ ਆਪ ਸਾਡੀ ਐਕਸੈਪਟੈਂਸ ਆਪੇ ਹੋ ਜਾਣੀ ਆ। ਪਰ ਅਸੀਂ ਕਹਾਉਣਾ ਚਾਹੁੰਦੇ ਆ, ਬਣਨਾ ਨਹੀਂ ਚਾਹੁੰਦੇ। ਬਿਲਕੁਲ ਜੀ। ਇੱਥੇ ਸਾਡਾ ਸਮਾਂ ਹੁਣ ਥੋੜਾ ਸਮਾਪਤੀ ਵਾਲਾ ਆ ਤੇ ਆਪਾਂ ਜਿੱਦਾਂ ਭਾਈ ਬਗੇਲ ਸਖਵਾਣਾ ਨੇ ਗੱਲਾਂ ਬਾਤਾਂ ਕੀਤੀਆਂ ਨੇ, ਮੈਨੂੰ ਲੱਗਦਾ ਵੀ ਸਾਨੂੰ ਇਹਦੇ ਐਪੀਸੋਡ ਜਿਹੜੇ ਉਹ ਤਿਆਰ ਕਰਨੇ ਪੈਣੇ, ਕਿਉਂਕਿ ਇਹ ਗੱਲਾਂ ਬਹੁਤ ਗੂੜੀਆਂ ਨੇ, ਡੂੰਘੀਆਂ ਨੇ ਤੇ ਵਿਚਾਰ ਕਰਨ ਵਾਲੀਆਂ ਨੇ ਗੱਲਾਂ। ਇਹ ਨਹੀਂ ਵੀ ਅਸੀਂ ਜਿੱਦਾਂ ਬਹੁਤ ਵਧੀਆ ਗੱਲ ਕੀਤੀ ਆ, ਅਸੀਂ ਗੁਰੂ ਤਾਂ ਕਹਿੰਦੇ ਆ ਪਰ ਗੁਰੂ ਦੀ ਮੰਨਦੇ ਨਹੀਂ। ਇਹ ਅੱਜ ਗੁਰੂ ਦੀ ਮੰਨਣੀ ਸਾਨੂੰ ਪੈਣੀ ਆ, ਕਿਉਂਕਿ ਅਸੀਂ ਕਹਿੰਦੇ ਹਾਂ ਤੇ ਰਾਜ ਸਾਡਾ ਹੋਣਾ ਚਾਹੀਦਾ, ਖਾਲਸੇ ਦਾ ਰਾਜ ਹੋਣਾ ਚਾਹੀਦਾ। ਪਰ ਜੇ ਖਾਲਸੇ ਦਾ ਰਾਜ ਹੋਣਾ ਚਾਹੀਦਾ ਤੇ ਉਹ ਗੁਰੂ ਸਾਹਿਬਾਨਾਂ ਦੀ ਕਿਰਪਾ ਦੇ ਨਾਲ ਹੀ ਹੋਣਾ। ਤੇ ਅਸੀਂ ਜੇ ਗੁਰੂ ਦੀ ਮੰਨਾਂਗੇ ਤਾਂ ਗੁਰੂ ਸਾਹਿਬਾਨ ਕਿਰਪਾ ਵੀ ਸਾਡੇ ਉੱਤੇ ਕਰਨਗੇ। ਭਾਈ ਬਗੇਲ ਸਿੰਘ ਜੀ, ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਜੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੁਐਸਚਨ ਹੈ ਤੁਹਾਡੇ ਕੋਲ, ਸੁਝਾਅ ਤੁਸੀਂ ਆਪਣਾ ਦੇਣਾ ਚਾਹੁੰਦੇ ਹੋ, ਤੇ ਤੁਸੀਂ PBC ਦੇ ਉੱਤੇ ਜਾ ਕੇ ਗੂਗਲ ਦੇ ਵਿੱਚ ਤੁਸੀਂ ਸਰਚ ਕਰ ਸਕਦੇ ਹੋ। ਉਹਦੇ ਉੱਤੇ ਤੁਸੀਂ ਕਮੈਂਟ ਲਿਖ ਸਕਦੇ ਹੋ, ਈਮੇਲ ਕਰ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ। ਵੈਸੇ ਤਾਂ ਟੈਲੀਫੋਨ ਨੰਬਰ ਵੀ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਆ ਰਿਹਾ, ਤੁਸੀਂ ਇਸ ਨੰਬਰ ਉੱਤੇ ਕਾਲ ਕਰਕੇ ਵੀ ਤੁਸੀਂ ਆਪਣੇ ਵਿਚਾਰ ਸੁਝਾਅ ਦੇ ਸਕਦੇ ਹੋ ਜਾਂ ਮੈਸੇਜ ਦੇ ਰਾਹੀਂ ਸਾਨੂੰ ਦੱਸ ਸਕਦੇ ਹੋ, ਕਿਉਂਕਿ ਸੋਸ਼ਲ ਮੀਡੀਆ ਤੇ ਉੱਤੇ ਪ੍ਰੋਗਰਾਮ ਵੀ ਇਹ ਜਿਹੜਾ ਅਪਲੋਡ ਕੀਤਾ ਜਾਂਦਾ ਹੈ ਜਾਂ ਚਲਾਇਆ ਜਾਂਦਾ ਹੈ, ਤਾਂ ਉਹਦੇ ਵਿੱਚ ਤੁਸੀਂ ਵੀ ਦੱਸ ਸਕਦੇ ਹੋ। ਅਸੀਂ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਜੀ। ਤਦ ਤੱਕ ਸਾਡੇ ਦੋਨਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।